ਹਾਂਜੀ, ਚੌਥੀ ਪਾਤਸ਼ਾਹੀ ਦੇ ਜਿਹੜੇ ਛੰਤ ਹੈਗੇ ਸੂਹੀ ਰਾਗ ਦੇ ਵਿੱਚ 773 ਅੰਗ ਦੇ ਉੱਤੇ, ਉੱਥੋਂ ਆਪਾਂ ਗਿਆਨ ਸ਼ੁਰੂ ਕਰਨਾ ਹੈ ਜੀ। ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ, ਗੁਣ ਰਵਾਂ ਬਲਰਾਮ ਜੀਓ। ਇੱਥੋਂ ਸ਼ੁਰੂ ਕਰਨਾ ਹੈ ਜੀ। ਅੰਗ 773 773 ਸੂਹੀ ਰਾਗ ਦੇ ਵਿੱਚ ਚੌਥੀ ਪਾਤਸ਼ਾਹੀ ਦੇ ਛੰਤ ਸ਼ੁਰੂ ਹੋ ਰਹੇ। ਪਹਿਲਾ ਹੀ ਛੰਤ ਹੈਗਾ, ਕਿਉਂਕਿ ਇਹਦੇ ਬਾਅਦ ਜਿਹੜਾ ਹੈਗਾ ਉਹ ਲਾਵਾਂ ਜਿਹੜੀਆਂ ਹੈਗੀਆਂ, ਨੈਕਸਟ ਜਿਹੜਾ ਹੈਗਾ ਨੈਕਸਟ ਛੰਤ ਜਿਹੜਾ ਹੈਗਾ ਉਹ ਲਾਵਾਂ ਵਾਲਾ ਹੈਗਾ, ਜਿਹਨੂੰ ਕਿ ਵਿਆਹ ਸ਼ਾਦੀ ਦੇ ਉੱਤੇ ਜਿਹੜਾ ਹੈਗਾ ਮਾਫ ਕਰਨਾ ਜੀ, ਵਿਆਹ ਸ਼ਾਦੀ ਦੇ ਉੱਤੇ ਜਿਹੜਾ ਹੈਗਾ ਹਰੇਕ ਦੇ ਜੀਵਨ ਦੇ ਵਿੱਚ ਪੜ੍ਹੀਆਂ ਜਾਂਦੀਆਂ ਤਕਰੀਬਨ ਅਤੇ ਉਹ ਕੀ ਹੈਗੀਆਂ ਉਹਨਾਂ ਦਾ ਪਤਾ ਲੱਗਿਆ ਆਪਾਂ ਨੂੰ। ਔਰ ਇਹ ਯਾਤਰਾ ਜਿਹੜੀ ਹੈਗੀ ਇਹ ਸਾਰਾ ਜਿਹੜਾ ਹੈਗਾ ਮਾਲਕ ਨੇ ਦੁਨੀਆ ਬਣਾਈ ਆ, ਔਰ ਇਹਦਾ ਭੇਤ ਕੀ ਹੈਗਾ, ਇਹ ਆਪਾਂ ਬ੍ਰਹਮ ਤੋਂ ਪਰਮਾਤਮਾ ਤੋਂ ਜਿਹੜੇ ਹੈਗੇ ਆ ਆਏ ਆ, ਉਹਦੀ ਰਚਨਾ ਦੇ ਵਿੱਚ ਦੁਨੀਆ ਦੇ ਵਿੱਚ ਮਾਲਕ ਨੇ ਜਿਹੜਾ ਹੈਗਾ ਆਪਣੇ ਅੰਦਰ ਗੁਣ ਅਤੇ ਅਵਗੁਣ ਦੋਨੋਂ ਹੀ ਪਾਏ ਹੋਏ। ਗੁਣ ਅਤੇ ਅਵਗੁਣ ਦੋਨੋਂ ਹੈਗੇ ਆਪਣੇ ਕੋਲ, ਔਰ ਅਵਗੁਣ ਜਿਹੜੇ ਹੈਗੇ ਅਵਗੁਣਾਂ ਦੇ ਨਾਲ ਸਵਾਦ ਹੈਗੇ। ਹਰੇਕ ਜਿਹੜਾ ਹੈਗਾ ਆਪਾਂ ਨੂੰ ਦੇਖੋ ਕਿ 5 ਗਿਆਨ ਇੰਦਰੀਆਂ ਦਿੱਤੀਆਂ, ਔਰ ਗਿਆਨ ਇੰਦਰੀਆਂ ਦੇ ਅਲੱਗ-ਅਲੱਗ ਸਵਾਦ ਪਾਏ ਹੋਏ ਆ ਮਾਲਕ ਪਰਮਾਤਮਾ ਨੇ। 5 ਤੱਤਾਂ ਦਾ ਸਰੀਰ ਬਣਾਇਆ ਹੋਇਆ, 5 ਤੱਤਾਂ ਦੇ ਸਵਾਦ ਪਾਏ ਹੋਏ ਆ ਅੰਦਰ। ਔਰ ਇਹ ਸਵਾਦ ਜਿਹੜੇ ਹੈਗੇ ਇਹਨਾਂ ਦੇ ਨਾਲ ਜਿਹੜੇ ਹੈਗੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਅਵਗੁਣ, ਔਰ ਹਉਮੈ, ਔਰ ਇਹਨਾਂ ਦੇ ਨਾਲ ਮਮਤਾ ਆ ਆਪਾਂ ਨੂੰ। ਮਮਤਾ ਜਿਹੜੀ ਖਾਲੀ ਜਿਹੜੀ ਹੈਗੀ ਮਾਂ ਬਾਪ ਦੀ ਮਮਤਾ ਨਹੀਂ ਹੁੰਦੀ। ਮਮਤਾ ਦਾ ਮਤਲਬ ਹੈ ਮਮ, ਮੇਰਾ, ਬਸ ਇਹ ਮਮਤਾ ਹੈਗੀ। ਅਤੇ ਇਹ ਅਵਗੁਣ ਹੈਗੇ ਦੁਨੀਆ ਦੇ ਵਿੱਚ ਆਉਂਦੇ ਆ ਆਪਾਂ, ਅਤੇ ਸਵਾਦਾਂ ਦੇ ਕਾਰਨ ਜਿਹੜਾ ਹੈਗਾ ਇਹ ਅਵਗੁਣ ਜਿਹੜੇ ਹੈਗੇ ਆਪਣੇ ਪ੍ਰਫੁੱਲਿਤ ਹੋ ਜਾਂਦੇ ਆ। ਅਵਗੁਣ ਜਿਹੜੇ ਹੈਗੇ ਆਪਣੇ ਜਿਹੜਾ ਇਹਨਾਂ ਦੇ ਨਾਲ ਆਪਾਂ ਅਵਗੁਣਾਂ ਦੇ ਨਾਲ ਆਪਾਂ ਜੀਵਨ ਗੁਜ਼ਾਰਦੇ ਹਾਂ ਆਪਾਂ। ਇਹ ਦੋਸ਼ ਜਿਹੜੇ ਇਹ ਖੇਡ ਆ ਮਾਲਕ ਪਰਮਾਤਮਾ ਦੀ। ਇਹਨਾਂ ਨੂੰ ਆਪਾਂ ਮਤਲਬ ਜਿਹੜਾ ਹੈਗਾ ਉਹ ਨਾ ਕਰੀਏ ਕਿ ਇਹਨਾਂ ਤੋਂ ਨਫ਼ਰਤ ਨਾ ਕਰੀਏ। ਇਹ ਗੇਮ ਆ। ਅਤੇ ਹੁਣ ਗੇਮ ਇਹਨੂੰ ਜਿੱਤਣ ਦਾ ਤਰੀਕਾ ਹੈਗਾ ਵੀ ਗਿਆਨ ਪਤਾ ਲੱਗੇ, ਗਿਆਨ ਮਿਲੇ ਆਪਾਂ ਨੂੰ, ਪਤਾ ਲੱਗੇ ਵੀ ਮੇਰੇ ਅੰਦਰ ਅਵਗੁਣ ਵੀ ਹੈਗੇ, ਗੁਣ ਵੀ ਹੈਗੇ, ਔਰ ਮੈਂ ਅਵਗੁਣ ਜਿਹੜੇ ਹੈਗੇ ਇਹਨਾਂ ਤੋਂ ਆਪਣੇ ਮਨ ਨੂੰ ਜਿਹੜਾ ਹੈਗਾ ਇਹਨਾਂ ਤੋਂ ਰੋਕਣਾ ਹੈਗਾ। ਔਰ ਇਹਦੇ ਵਾਸਤੇ ਮਨ ਨੂੰ ਤਾਕਤ ਚਾਹੀਦੀ ਹੈ, ਕਿਉਂਕਿ ਸਵਾਦ ਹੈਗਾ ਉਹਦੇ ਵਿੱਚ। ਜੀਭ ਦੇ ਸਵਾਦ ਦੇਖ ਲਓ ਕਿੰਨੇ ਹੈਗੇ। ਇੰਦਰੀ ਦਾ ਕਾਮ ਦਾ ਸਵਾਦ ਦੇਖੋ ਕਿੰਨਾ ਤਗੜਾ ਹੈਗਾ। ਮਮਤਾ ਦੇਖੋ, ਸਾਰਾ ਜਿਹੜਾ ਹੈਗਾ ਇਹ ਇਹਨਾਂ ਦੇ ਵਿੱਚ ਪੂਰਾ ਇਹ ਕਿਸ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਇਹਨਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ। ਇਹਦੇ ਵਾਸਤੇ ਆਪਾਂ ਨੂੰ ਗਿਆਨ ਚਾਹੀਦਾ ਹੈ। ਗਿਆਨ ਗੁਰੂ ਹੈਗਾ, ਗਿਆਨ ਬ੍ਰਹਮ ਗਿਆਨੀ ਜਿਹੜੇ ਹੈਗੇ ਜਿਨ੍ਹਾਂ ਨੇ ਯਾਤਰਾ ਕਰ ਲਈ ਆ, ਉਹਨਾਂ ਤੋਂ ਆਪਾਂ ਨੂੰ ਗਿਆਨ ਚਾਹੀਦਾ ਹੈ। ਉਹ ਆਪਾਂ ਨੂੰ ਗਿਆਨ ਦੇ ਸਕਦੇ ਆ, ਉਹਨਾਂ ਦਾ ਗਿਆਨ ਕੰਮ ਆਏਗਾ। ਹੁਣ ਇਹ ਸ਼ਬਦ ਸ਼ੁਰੂ ਹੋ ਰਿਹਾ ਹੈ। ਨਹੀਂ ਤਾਂ ਆਪਾਂ ਜੇ ਆਪਾਂ ਇਹ ਅਵਗੁਣ ਜਿਹੜੇ ਹੈਗੇ, ਜਦ ਤੱਕ ਇਹ ਅਵਗੁਣ ਆਪਣੇ ਅੰਦਰ ਹੈਗੇ ਆ ਅਤੇ ਦਿੱਲੀ ਦੂਰ ਆ ਭਾਈ, ਦਿੱਲੀ ਦੂਰ ਆ। ਔਰ ਇਹ ਅਵਗੁਣ ਜਿਹੜੇ ਹੈਗੇ ਇਹ ਗੁਣਾਂ ਦੇ ਨਾਲ ਜਿੱਤੇ ਜਾ ਸਕਦੇ ਆ। ਔਰ ਗੁਣਾਂ ਦਾ ਆਪਾਂ ਨੂੰ ਪਤਾ ਲੱਗੂਗਾ, ਉਹਦੇ ਵਾਸਤੇ ਜਿਹੜਾ ਹੈਗਾ ਗੁਣੀ ਚਾਹੀਦਾ ਹੈ, ਜਿਹਦੇ ਕੋਲੋਂ ਪਤਾ ਲੱਗੇ ਗੁਣਾਂ ਦੇ ਬਾਰੇ। ਗੁਣਾਂ ਔਰ ਅਵਗੁਣ ਦਾ ਦੋਨਾਂ ਦਾ ਵਿਸ਼ਲੇਸ਼ਣ ਕਰਕੇ ਦੱਸੇ ਸਾਨੂੰ ਬਈ ਆਹ ਅਵਗੁਣ ਹੈਗੇ, ਆਹ ਗੁਣ ਹੈਗੇ।
ਔਗੁਣ ਕੀ ਹੈਗੇ ਉਹ ਆਪਾਂ ਨੇ ਦੇਖ ਲਿਆ। ਔਗੁਣ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਹੈਗੇ ਪੰਜਾਂ ਗਿਆਨ ਇੰਦਰੀਆਂ ਦੇ ਅਜੀਤ ਵੇ ਸਵਾਦ ਜਿਹੜੇ ਹੈਗੇ, ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਔਰ ਇਹ ਜਿਹੜਾ ਹੈਗਾ ਗੁਣ ਤੇ ਔਗੁਣ ਦੋਨਾਂ ਨੂੰ ਜਿਹੜਾ ਹੈਗਾ ਇਹਨਾਂ ਦੇ ਬਾਰੇ ਜਾਣਕਾਰੀ ਔਰ ਇਹਨਾਂ ਨੂੰ ਕਿਵੇਂ ਦੂਰ ਕਰਨਾ ਆ, ਇਹਦੇ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਗੁਰੂ ਚਾਹੀਦੇ ਆ, ਬ੍ਰਹਮ ਗਿਆਨੀ ਚਾਹੀਦਾ ਹੈ, ਜਿਹੜਾ ਕਿ ਆਪਾਂ ਨੂੰ ਇਹ ਜਿਹੜੀ ਹੈਗੀ ਗੇਮ ਕਿਵੇਂ ਜਿੱਤਣੀ ਆ ਉਹਦੀ ਕੋਚਿੰਗ ਚਾਹੀਦੀ ਆਪਾਂ ਨੂੰ। ਹੁਣ ਆ ਸ਼ੁਰੂ ਕਰ ਰਹੇ ਹਾਂ ਆਪਾਂ ਸ਼ਬਦ। ਰਾਗ ਸੂਹੀ ਮਹੱਲਾ ਚੌਥਾ, ਛੰਤ ਘਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਛੰਤ ਜਿਹੜੇ ਹੈਗੇ ਮਹਾਰਾਜ ਕਹਿੰਦੇ ਪਹਿਲੇ ਘਰ ਦੇ ਵਿੱਚ ਜਿਹੜਾ ਹੈਗਾ, ਪਹਿਲੇ ਘਰ 'ਚ ਇਹਨਾਂ ਨੂੰ ਵਿਚਾਰਨਾ ਹੈਗਾ। ਇੱਕ ਲਾਈਨ ਪੂਰੀ ਦੀ ਪੂਰੀ ਜਿਹੜੀ ਹੈਗੀ ਉਹਦੇ ਅੱਖਰਾਂ ਦੇ ਅਰਥ ਕਰਕੇ, ਉਸ ਤੋਂ ਬਾਅਦ ਉਹਨੂੰ ਇਕੱਠਾ ਕਰਕੇ ਫਿਰ ਉਹਨੂੰ ਇਕੱਠੀ ਵਿਚਾਰ ਇੱਕ ਲਾਈਨ ਨੂੰ। ਇਹ ਇੰਸਟਰਕਸ਼ਨ ਹੈਗੀ ਉੱਪਰ। ਘਰ ਪਹਿਲਾ ਮਤਲਬ ਇੱਕ ਘਰ ਬਣ ਗਿਆ ਬਸ, ਉਹਦੇ ਵਿੱਚ ਦੋ ਉਹਦੇ ਪਾਰਟਸ ਨਹੀਂ ਹੈਗੇ। ਪਾਰਟਸ ਕਰ ਸਕਦੇ ਹਾਂ ਤੂੰ ਸਮਝਣ ਵਾਸਤੇ, ਪਰ ਉਹਨਾਂ ਨੂੰ ਜਦ ਵਿਚਾਰਨਾ ਹੈਗਾ ਉਹਨੂੰ ਜਿਹੜਾ ਹੈਗਾ ਆਪਾਂ ਨੇ ਜਿਹੜਾ ਹੈਗਾ ਇਕੱਠਾ ਜਿਹੜਾ ਹੈਗਾ ਉਹਨੂੰ ਜਦ ਆਪਣੇ ਅੰਦਰ ਵਸਾਉਣਾ ਹੈ ਅਤੇ ਉਹਦੇ 'ਚੋਂ ਇਕੱਠੇ ਤੋਂ ਗਿਆਨ ਆਏਗਾ। ਟੋਟਲ ਲਾਈਨ ਲੈਣੀ ਪਊਗੀ। ਸਤਿਗੁਰ ਪੁਰਖ ਮਿਲਾਏ। ਰਾਗ ਸੂਹੀ ਮਹੱਲਾ ਚੌਥਾ, ਛੰਤ ਘਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਅੰਗ 773 773। ਸਤਿਗੁਰ ਪੁਰਖ ਮਿਲਾਏ, ਅਵਗੁਣ ਵਿਕਣਾ ਗੁਣ ਰਵਾਂ ਬਲਰਾਮ ਜੀਓ। ਬੇਨਤੀ ਹੈਗੀ ਦੇਖੋ ਜੀਵ ਦੀ, ਇਨਸਾਨ ਦੀ, ਜਿਹਦੇ ਅੰਦਰ ਜਿਹੜੀ ਹੈਗੀ ਆ, ਜਿਹਨੂੰ ਪਤਾ ਲੱਗਿਆ ਬਈ ਮੈਂ ਆਇਆ ਕਿਉਂ ਆ ਦੁਨੀਆ ਦੇ ਵਿੱਚ। ਇਹ ਲੋਕੀ ਮੇਰੇ ਸਾਹਮਣੇ ਜਿਹੜੇ ਹੈਗੇ ਮਰ ਰਹੇ ਆ, ਕੋਈ ਬੱਚਾ ਵੀ ਮਰ ਜਾਂਦਾ, ਬੁੱਢਾ ਵੀ, ਜਵਾਨ ਵੀ ਮਰ ਰਹੇ ਆ, ਅਤੇ ਮੈਂ ਵੀ ਮਰ ਜਾਣਾ ਹੈ। ਦੁਨੀਆ ਦਾ ਕੋਈ ਵੀ ਜਿਹੜਾ ਵੀ ਆਉਂਦਾ ਹੈ ਔਰ ਮੇਰੇ ਉਹ ਜਿਹੜਾ ਹੈਗਾ ਉਹ ਜਿਹੜਾ ਹੈਗਾ ਇੱਥੋਂ ਚਲੇ ਜਾਂਦਾ ਸਰੀਰ ਜਿਹੜਾ ਉਹਦਾ। ਔਰ ਨਾਲ ਜਿਹੜਾ ਹੈਗਾ ਇੰਨੀਆਂ ਜੂਨਾਂ ਪਈਆਂ ਹੋਈਆਂ, ਇਹ ਸਾਰੀਆਂ ਜੂਨਾਂ ਵਾਲੇ ਵੀ ਮਰ ਰਹੇ ਆ। ਇਹ ਭੇਤ ਕੀ ਹੈਗਾ ਇਸ ਚੀਜ਼ ਦਾ? ਸਤਿਗੁਰ ਪੁਰਖ ਮਿਲਾਏ, ਸਤਿਗੁਰ ਪੁਰਖ ਮਿਲਾਏ, ਅਵਗੁਣ ਵਿਕਣਾ ਗੁਣ ਰਵਾਂ ਬਲਰਾਮ ਜੀਓ। ਕਹਿੰਦੇ ਮਾਲਕਾ ਦੇਖ ਤੇਰੀ ਖੇਡ ਹੈਗੀ, ਤੂੰ ਦੁਨੀਆ ਦੇ ਵਿੱਚ ਜਿਹੜਾ ਹੈਗਾ ਇਹ ਤੇਰਾ ਸਾਰਾ ਸਿਸਟਮ ਚੱਲ ਰਿਹਾ ਹੈ। ਮੈਨੂੰ ਕੋਈ ਗਿਆਨ ਦੇ, ਬਸ ਮੈਨੂੰ ਸਤਿਗੁਰ ਪੁਰਖ ਮਿਲਾ, ਜਿਹਨੇ ਯਾਤਰਾ ਕਰ ਲਈ ਹੈ, ਜਿਹੜਾ ਮੈਨੂੰ ਆਹ ਭੇਤ ਦੱਸੇ ਆਹ ਕੀ ਹੈਗਾ ਸਾਰਾ ਇਹ ਜਿਹੜਾ ਹੈਗਾ ਭੋੜ ਭੜਾਂਗ ਇਹ ਤੇਰਾ ਬਣਾਇਆ ਹੋਇਆ ਕੀ ਹੈਗਾ ਇਹ ਜਿਹੜਾ ਨਾ ਜਦ ਸਰੋਂ ਖਤਮ ਹੋ ਜਾਂਦੀ ਹੈ, ਸਰੋਂ ਤੇ ਫਿਰ ਬੀਬੀਆਂ ਚੜਾਈ ਲੈ ਲਓ, ਅਤੇ ਉਹ ਜਿਹੜਾ ਹੈਗਾ ਕੀ ਉਹਦੇ ਵਿੱਚ ਪਾਲਕ ਲੈ ਲਓ, ਚੜਾਈ ਲੈ ਲਓ, ਬਾਥੂ ਲੈ ਲਓ, ਮੇਥੀ, ਪਤਾ ਨਹੀਂ ਕੀ ਕੁਛ ਪਾ ਕੇ ਫਿਰ ਉਹ ਸਾਗ ਬਣਦਾ ਹੁੰਦਾ। ਆਖਰੀ ਦੇ ਵਿੱਚ ਸਾਗ ਦਾ ਜਿਹੜਾ ਹੈਗਾ ਉਹ ਇੱਛਾ ਹੁੰਦੀ ਹੈ ਅਤੇ ਸਰੋਂ ਮਿਲਦੀ ਨਹੀਂ ਹੈ। ਆਹ ਕੀ ਹੈਗਾ? ਆਹ ਮਾਲਕ ਪਰਮਾਤਮਾ ਨੇ ਤੇਰੀ ਰਚਨਾ ਕੀ ਹੈਗੀ ਮਾਲਕਾ? ਅਵਗੁਣ ਵਿਕਣਾ ਗੁਣ ਰਵਾਂ ਬਲਰਾਮ ਜੀਓ। ਕਹਿੰਦੇ ਮੈਨੂੰ ਮੇਰੇ ਅਵਗੁਣ ਮੈਂ ਵੇਚਣਾ ਚਾਹੁੰਦਾ ਹੈ, ਮੇਰੇ ਅੰਦਰੋਂ ਅਵਗੁਣ ਚਲੇ ਜਾਣ ਅਤੇ ਗੁਣ ਆ ਜਾਣ, ਬਸ ਆਹ ਚੀਜ਼ ਮੈਨੂੰ ਚਾਹੀਦੀ ਹੈ। ਮੈਂ ਇਸ ਵਾਸਤੇ ਤੇਰੇ ਅੱਗੇ ਬੇਨਤੀ ਹੈਗੀ, ਮੈਨੂੰ ਜਿਹੜਾ ਹੈਗਾ ਮੈਨੂੰ ਗਿਆਨ ਦੇ। ਸਤਿਗੁਰ ਪੁਰਖ ਮਿਲਾਏ, ਅਵਗੁਣ ਵਿਕਣਾ ਗੁਣ ਰਵਾਂ, ਰਵਾਂ ਮੈਂ ਵੇਚਾਂ ਬਲਰਾਮ ਜੀਓ। ਹੇ ਮੇਰੇ ਮਾਲਕਾ, ਇੱਥੇ ਜਿਹੜਾ ਹੈਗਾ ਦੇਖੋ ਸਟਾਰਟਿੰਗ ਪੁਆਇੰਟ ਆ ਹੈਗਾ, ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾਂ ਬਲਰਾਮ ਜੀਓ। ਇਹਦੇ ਵਾਸਤੇ ਕੀ ਕਹਿ ਰਿਹਾ ਮਹਾਰਾਜ? ਕਹਿੰਦੇ ਹਰ ਹਰ ਨਾਮ ਧਿਆਏ, ਪਰਮੇਸ਼ਰ ਦਾ ਨਾਮ ਧਿਆਨ ਜਿਹੜਾ ਹੈਗਾ ਧਿਆਨ ਦੇ ਵਿੱਚ ਬੈਠਣਾ ਪਊਗਾ ਪਿਆਰਿਆ। ਅਤੇ ਗੁਰਬਾਣੀ ਜਿਹੜੀ ਹੈਗੀ ਉਹ ਸਤਿਗੁਰੂ ਪੁਰਖ ਦੀ ਜਿਹੜੀ ਮੱਤ ਹੈਗੀ ਆ, ਗੁਰਬਾਣੀ ਹੈਗੀ ਆ, ਉਹਦੀ ਜਿਹੜੀ ਹੈਗੀ ਆ ਉਹਦਾ ਗਿਆਨ ਜਿਹੜਾ ਹੈਗਾ ਉਹਨੂੰ ਜਿਹੜਾ ਨਿਤ ਨਿਤ ਚਵਣਾ ਪਊਗਾ। ਇਹ ਚਵਣਾ ਕੀ ਹੁੰਦਾ ਹੈ ਮਹਾਰਾਜ ਜੀ? ਚਵਣਾ ਦੇਖੋ ਆਪਾਂ ਜਿਹੜੇ
ਮੂੰਹ ਦੇ ਵਿੱਚ ਕੋਈ ਚੀਜ਼ ਪਾਈ, ਸਵਾਦਲੀ ਚੀਜ਼ ਆ, ਉਹਨੂੰ ਚਬਾ ਕੇ ਉਹਦਾ ਰਸ ਲੈਂਦੇ। ਕਹਿੰਦੇ ਇਸ ਤਰੀਕੇ ਦੇ ਨਾਲ ਇਹ ਗੁਰੂ ਦੀ ਮੱਤ ਗੁਰਬਾਣੀ ਜਿਹੜੀ ਹੈ ਚਬਾ ਕੇ ਇਹਨੂੰ ਜਿਹੜਾ ਹੈਗਾ ਇਹ ਕੀ ਕਹਿੰਦੀ ਆ, ਇਹਨੂੰ ਆਪਣੇ ਅੰਦਰ ਵਸਾਉਣਾ ਪੈਣਾ ਆ। ਇਹ ਗਿਆਨ ਨੂੰ ਆਪਣੇ ਅੰਦਰ ਵਸਾਉਣਾ ਪੈਣਾ ਆ ਤੇ ਧਿਆਨ ਸਿਮਰਨ ਕਰਨਾ ਪੈਣਾ ਹੈ। ਦੋ ਕੰਮ ਕਰਨੇ ਪੈਣੇ ਆ ਤੈਨੂੰ, ਗਿਆਨ ਔਰ ਧਿਆਨ। ਸਤਿਗੁਰ ਪੁਰਖ ਮਿਲਾਏ ਅਵਗੁਣ ਵਿਕਣਾ, ਗੁਣ ਰਵਾਂ ਬਲਰਾਮ ਜੀਓ। ਹਰ ਹਰ ਨਾਮ ਧਿਆਏ, ਗੁਰਬਾਣੀ ਨਿਤ ਨਿਤ ਚਵਾਂ ਬਲਰਾਮ ਜੀਓ। ਆ ਦੇਖੋ ਜੋ ਇੰਸਟਰਕਸ਼ਨ ਹੈ ਉਹ ਉਸੇ ਤਰੀਕੇ ਦੇ ਨਾਲ ਆਪਣੇ ਅੰਦਰ ਜਿਹੜਾ ਹੈਗਾ ਇਹ ਬਾਣੀ ਜਿਹੜੀ ਹੈਗੀ ਐਵੇਂ ਹੈਪੀਜ਼ੈਡਲੀ ਨਹੀਂ ਲਿਖੀ ਵੀ ਇੱਧਰ ਉੱਧਰ ਲਿਖਤਾ। ਇਹ ਜਿਸ ਤਰ੍ਹਾਂ ਬਾਣੀ ਚੱਲ ਰਹੀ ਆ ਉਸ ਤਰ੍ਹਾਂ ਆਪਣੇ ਅੰਦਰ ਜਿਹੜਾ ਹੈਗਾ ਉਸੇ ਤਰੀਕੇ ਦੇ ਨਾਲ ਆਪਣੀ ਚੜ੍ਹਾਈ ਹੋਣੀ ਹੈ। ਗੁਰਬਾਣੀ ਹੁਣ ਨਿਤ ਨਿਤ ਚਵਾਂ ਲਿਖਿਆ, ਗੁਰਬਾਣੀ ਨਿਤ ਨਿਤ ਚਵਾਂ ਤੇ ਹਰ ਹਰ ਨਾਮ ਧਿਆਏ। ਇਹ ਜਦ ਐਕਸ਼ਨ ਸ਼ੁਰੂ ਹੋ ਗਈ, ਗੁਰਬਾਣੀ ਸਦ ਮੀਠੀ ਲਾਗੀ, ਪਾਪ ਵਿਕਾਰ ਗਵਾਇਆ। ਆ ਗੁਰਬਾਣੀ ਜਿਹੜੀ ਹੈਗੀ ਮਿੱਠੀ ਲੱਗਣ ਲੱਗ ਪਈ ਵੀ ਜੋ ਗੁਰੂ ਕਹਿ ਰਿਹਾ ਹੈ ਬਈ ਆ ਤਾਂ ਮੈਂ ਕਰਨਾ ਹੀ ਕਰਨਾ ਇਹ ਕੰਮ। ਗੁਰਬਾਣੀ ਸਦ ਮੀਠੀ ਲਾਗੀ, ਹਮੇਸ਼ਾ ਮਿੱਠੀ ਲੱਗਣ ਲੱਗ ਜਾਏ ਗੁਰੂ ਦੇ ਬਚਨ। ਆਪਾਂ ਤਾਂ ਕਹਿੰਦੇ ਜੀ ਛੱਡੋ ਜੀ, ਅੱਗੇ ਵਧੋ ਜੀ, ਇੱਕੋ ਹੀ ਗੱਲ ਤੇ ਕੀ ਜਿਹੜਾ ਹੈਗਾ ਡਿਸਕਸ਼ਨ ਹੋ ਰਹੀ ਹੈ, ਕੀ ਕਰ ਰਹੇ। ਕਿਉਂਕਿ ਆਪਾਂ ਜਿਹੜੇ ਹੈਗੇ ਆਪਣੇ ਅੰਦਰ ਆਪਾਂ ਅਵਗੁਣ ਛੱਡਣਾ ਨਹੀਂ ਚਾਹੁੰਦੇ। ਜੇ ਅਵਗੁਣ ਨਹੀਂ ਛੱਡਣਾ ਚਾਹੁੰਦੇ ਤੇ ਫਿਰ ਅੱਗੇ ਤਾਂ ਵਧ ਹੀ ਨਹੀਂ ਸਕਦੇ। ਐਟਲੀਸਟ ਜਿਹੜਾ ਹੈਗਾ ਉਹਨੂੰ ਐਡਮਿਟ ਤਾਂ ਕਰੀਏ ਆਪਾਂ। ਗੁਰਬਾਣੀ ਸਦ ਮੀਠੀ ਲਾਗੀ, ਪਾਪ ਵਿਕਾਰ ਗਵਾਇਆ। ਆ ਦੇਖੋ ਉਹ ਕਹਿੰਦੇ ਆ ਤਾਂ ਕੰਮ ਕਰਨਾ ਪੈਣਾ ਤੈਨੂੰ ਪਿਆਰਿਆ। ਇਹ ਪਾਪ ਜਿਹੜਾ ਕਰੀ ਜਾ ਰਿਹਾ ਅਵਗੁਣਾਂ ਦੇ ਨਾਲ, ਇਹ ਵਿਕਾਰ ਜਿਹੜੇ ਹੈਗੇ ਤੇਰੇ ਅੰਦਰ ਜਿਹੜੇ ਹੈਗੇ ਆ ਵਿਸ਼ੇ ਵਿਕਾਰ ਹੈਗੇ, ਇਹਨਾਂ ਨੂੰ ਤਾਂ ਛੱਡਣਾ ਪਊਗਾ, ਪਿਆਰੇ ਗਵਾਉਣਾ ਪਊਗਾ। ਔਰ ਇਹਦੇ ਵਾਸਤੇ ਜਿਹੜੀ ਗੁਰਬਾਣੀ ਜਿਹੜੀ ਗੁਰੂ ਦੀ ਮੱਤ ਹੈਗੀ ਉਹ ਮਿੱਠੀ ਲੱਗਣੀ ਆ, ਉਹ ਤੈਨੂੰ ਮਿੱਠੀ ਲੱਗਣੀ ਚਾਹੀਦੀ ਆ। ਤੂੰ ਤਾਂ ਜਿਹੜਾ ਹੈਗਾ ਦੇਖ ਕੇ ਹੀ ਡਰ ਜਾਂਦਾ ਹੈ। ਉਹ ਜੀ ਕਹਿੰਦੇ ਜੀ ਛੱਡੋ ਇਹਨੂੰ, ਅੱਗੇ ਚਲੋ। ਬਾਣੀ ਕਹਿੰਦੀ ਹੈ ਕਬੀਰ ਭਾਂਗ ਮਾਛਲੀ ਸੁਰਾਪਾਨ, ਜੋ ਪ੍ਰਾਣੀ ਖਾਏ, ਤੀਰਥ ਵਰਤ ਨੇਮ ਕੀਏ, ਸਭੇ ਰਸਾਤਲ ਜਾਏ। ਅਵਗੁਣ ਆ ਦੇਖੋ, ਭਾਂਗ ਮਾਛਲੀ ਮਛਲੀ, ਸੁਰਾ ਸ਼ਰਾਬ, ਪਾਨ ਮਤਲਬ ਪੀਂਦੇ ਆ ਜਿਹੜੇ, ਤੀਰਥ ਵਰਤ ਨੇਮ ਕੀਏ, ਸਭੇ ਰਸਾਤਲ ਜਾਏ। ਕਹਿੰਦੇ ਜੋ ਵੀ ਕੀਤਾ ਹੈ ਉਹਨੇ ਜਿਹੜਾ ਹੈਗਾ ਉਹ ਨਹੀਂ ਬਚਾ ਸਕਦੇ ਉਹਨੂੰ। ਤੀਰਥ ਵਰਤ ਨੇਮ ਜਿਹੜੇ ਹੈਗੇ ਨਹੀਂ ਬਚਾ ਸਕਦੇ। ਸਾਰੇ ਜਿਹੜੇ ਵੀ ਇਹ ਕਰ ਰਹੇ ਆ ਉਹ ਰਸਾਤਲ ਦੇ ਵਿੱਚ ਜਾਣਗੇ। ਰਸਾਤਲ ਹੁੰਦਾ ਵੀ ਜੂਨਾਂ ਦੇ ਵਿੱਚ ਜਾਣਗੇ। ਗੁਰਬਾਣੀ ਸਦ ਮੀਠੀ ਲਾਗੀ, ਪਾਪ ਵਿਕਾਰ ਗਵਾਇਆ, ਹਉਮੈ ਰੋਗ ਗਿਆ, ਭਉ ਭਾਗਾ, ਸਹਿਜੇ ਸਹਿਜ ਮਿਲਾਇਆ। ਔਰ ਹਉਮੈ ਦਾ ਰੋਗ ਜਿਹੜਾ ਹੈਗਾ, ਹਉਮੈ ਕੀ ਆ ਬਈ ਚਲੋ ਅੱਗੇ ਚੱਲੀਏ, ਛੱਡੋ ਇਹਨੂੰ। ਆਪਾਂ ਆਪਣੀ ਹਉਮੈ ਆ ਆਪਣੀ ਅੰਦਰ ਕਿ ਆਪਾਂ ਨਹੀਂ ਚਾਹੁੰਦੇ ਡਿਸਕਸ਼ਨ ਕਰਨਾ। ਇਹ ਨਹੀਂ ਜਿਹੜਾ ਹੈਗਾ ਇਹ ਗੁਣ ਅਵਗੁਣ ਜਿਹੜੇ ਹੈਗੇ ਇਹਨਾਂ ਦੇ ਉੱਤੇ ਜਿਹੜਾ ਹੈਗਾ ਆਪਾਂ ਨਹੀਂ ਐਡਮਿਟ ਕਰਦੇ, ਨਹੀਂ ਛੱਡਣਾ ਚਾਹੁੰਦੇ। ਹਉਮੈ ਰੋਗ ਗਿਆ, ਭਉ ਭਾਗਾ। ਜੇ ਤਾਂ ਆਪਾਂ ਇਹ ਗੁਰਬਾਣੀ ਮਿੱਠੀ ਲੱਗੂਗੀ, ਜੇ ਹਰ ਹਰ ਨਾਮ ਧਿਆਏ, ਇਹ ਜਿਹੜੀ ਹੈਗੀ ਨਿਤ ਨਿਤ ਜਿਹੜਾ ਹੈਗਾ ਇਹ ਕੰਮ ਹੋਊਗਾ। ਹਰ ਹਰ ਨਾਮ ਧਿਆਏ, ਗੁਰਬਾਣੀ ਨਿਤ ਨਿਤ ਚਵਾਂ ਬਲਰਾਮ ਜੀਓ। ਇਹ ਕੰਮ ਨਿਤ ਨਿਤ ਹੋਣਗੇ ਅਤੇ ਤਾਂ ਜਿਹੜੀ ਇਹ ਹਉਮੈ ਔਰ ਪਾਪ ਜਿਹੜੇ ਹੈਗੇ ਇਹ ਜਾਣਗੇ। ਹਉਮੈ ਰੋਗ ਗਿਆ, ਭਉ ਭਾਗਾ, ਸਹਿਜੇ ਸਹਿਜ ਮਿਲਾਇਆ। ਸਹਿਜੇ ਸਹਿਜ ਮਿਲਾਇਆ ਕਹਿੰਦੇ ਹੌਲੀ ਹੌਲੀ ਸਹਿਜ ਦੇ ਨਾਲ ਜਿਹੜਾ ਹੈਗਾ ਇਹ ਜਿਹੜੀ ਹੈਗੀ ਆ ਤੂੰ ਇਹ ਨਿਕਲੀ ਜਾਣਗੇ, ਗੁਣ ਆਈ ਜਾਣਗੇ ਔਰ ਪ੍ਰੋਬੇਬਿਲਿਟੀ ਮਾਲਕ ਪਰਮਾਤਮਾ ਦੇ ਨਾਲ ਜਿਹੜਾ ਹੈਗਾ ਮਿਲਾਪ ਦੀ ਵਧੀ ਜਾਊਗੀ। ਕਾਇਆ ਸੇਜ ਗੁਰ ਸ਼ਬਦੇ ਸੁਖਾਲੀ, ਗਿਆਨ ਤਤ ਕਰ ਭੋਗੋ। ਕਹਿੰਦੇ ਕਾਇਆ ਜਿਹੜੀ ਤੇਰਾ ਸਰੀਰ ਤੈਨੂੰ ਮਿਲਿਆ ਹੋਇਆ ਇਹ ਸੇਜਾ ਹੈਗੀ, ਉਸ ਮਾਲਕ ਪਰਮਾਤਮਾ ਨੇ ਆਉਣਾ ਹੈ, ਇਹਦੇ ਵਿੱਚ ਪ੍ਰਗਟ ਹੋਣਾ ਹੈ ਉਹਨੇ।
ਇਹ ਤਾਂ ਹੀ ਸੁੱਖਾਂ ਵਾਲੀ ਹੋ ਸਕਦੀ ਆ ਪਿਆਰਿਆ, ਜੇ ਗੁਰੂ ਦੇ ਸ਼ਬਦ ਦੇ ਨਾਲ ਜੁੜੇਗਾ, ਗੁਰੂ ਦੇ ਸ਼ਬਦ ਦੇ ਉੱਤੇ ਪਹਿਰਾ ਦੇਗਾ। ਕਾਇਆ ਸੇਜ ਗੁਰ ਸ਼ਬਦੇ ਸੁਖਾਲੀ, ਗਿਆਨ ਤਤ ਕਰ ਭੋਗੋ। ਗਿਆਨ ਲੈ, ਤਤ ਗਿਆਨ, ਇਹ ਬ੍ਰਹਮ ਗਿਆਨ ਤਤ ਗਿਆਨ ਹੈਗਾ। ਇਹਦੇ ਨਾਲ ਜਿਹੜਾ ਹੈਗਾ ਸੁੱਖ ਮਾਣ ਸਕਦਾ ਹੈ, ਭੋਗ ਸਕਦਾ ਹੈ। ਇਸ ਸਰੀਰ ਦੇ ਵਿੱਚ ਪਤੀ ਦਾ ਮਿਲਾਪ ਮਾਲਕ ਪਰਮਾਤਮਾ ਨੂੰ ਮਿਲ ਸਕਦਾ ਹੈ। ਤੂੰ ਪ੍ਰਗਟ ਕਰ ਸਕਦਾ ਹੈ, ਮਾਲਕ ਪ੍ਰਗਟ ਹੋ ਜਾਏਗਾ ਤੇਰੇ ਅੰਦਰ, ਤੇਰੀ ਆਤਮਾ ਤੱਕ ਦੀ ਯਾਤਰਾ ਹੋ ਜਾਏਗੀ। ਕਾਇਆ ਸੇਜ ਗੁਰ ਸ਼ਬਦੇ ਸੁਖਾਲੀ, ਗਿਆਨ ਤਤ ਕਰ ਭੋਗੋ। ਅਨਦਿਨ ਸੁਖ ਮਾਣੇ ਨਿਤ ਰਲੀਆਂ, ਨਾਨਕ ਤੁਰੇ ਸੰਜੋਗੋ। ਔਰ ਜਿਹੜਾ ਇਨਸਾਨ ਜਿਹੜਾ ਹੈਗਾ, ਜਿਹੜੀ ਜੀਵ ਇਸਤਰੀ ਜਿਹੜੀ ਹੈਗੀ ਆ ਜਿਹੜੀ ਇੰਸਟਰਕਸ਼ਨਸ ਫਾਲੋ ਕਰਦੀ ਹੈ, ਜਿਹੜੀਆਂ ਉੱਪਰ ਦਿੱਤੀਆਂ ਹੈ, ਅਨਦਿਨ ਸੁਖ ਮਾਣੇ ਨਿਤ ਰਲੀਆਂ, ਨਾਨਕ ਤੁਰੇ ਸੰਜੋਗੋ। ਅਨਦਿਨ ਸੁਖ ਤੇ ਰੰਗ ਰਲੀਆਂ ਕਰਦੀ ਆ ਮਾਲਕ ਪਰਮਾਤਮਾ ਦੇ ਨਾਲ, ਆਤਮਾ ਦੇ ਨਾਲ। ਤੁਰ ਦਾ ਸੰਜੋਗ ਹੋ ਗਿਆ, ਤੁਰੇ ਨਾਲ ਜੁੜ ਗਈ ਉਹ। ਅਨਦਿਨ ਸੁਖ ਮਾਣੇ ਨਿਤ ਰਲੀਆਂ, ਨਾਨਕ ਤੁਰੇ ਸੰਜੋਗੋ। ਤੁਰ ਦਾ ਸੰਜੋਗ ਹੋ ਗਿਆ ਭਾਈ। ਪਿਛਲੀ ਵੀ ਉਹਦੀ ਯਾਤਰਾ ਕੀਤੀ ਹੋਈ, ਪਿਛਲੀ ਕਮਾਈ ਸਾਰੀ ਜਿਹੜੀ ਹੈਗੀ ਫਲੀਭੂਤ ਹੋ ਗਈ, ਸੰਜੋਗ ਬਣ ਗਿਆ, ਸਾਹਾ ਲਿਖਿਆ ਗਿਆ ਉਹਦਾ ਮਿਲਾਪ। ਸਤ ਸੰਤੋਖ ਕਰ ਭਾਓ, ਕੁੜਮਾਈ ਆਇਆ ਬਲਰਾਮ ਜੀਓ। ਆ ਕੁੜਮ ਕੌਣ ਆ ਤੇ ਕੁੜਮਾਈ ਕੀ ਹੈਗੀ? ਕੁੜਮਾਈ ਹੈਗੀ ਬਈ ਆਪਣਾ ਉਹ ਮਾਲਕ ਪਰਮਾਤਮਾ, ਉਹਨੇ ਪ੍ਰਗਟ ਹੋਣਾ ਹੈ ਆਪਣੇ ਅੰਦਰ, ਉਹਦੇ ਨਾਲ ਕੁੜਮਾਈ ਹੋਣੀ ਹੈ ਆਪਣੀ। ਔਰ ਕੁੜਮਾਈ ਤਾਂ ਹੋਏਗੀ ਸਤ ਸੰਤੋਖ ਕਰ ਭਾਓ। ਸਤ ਸੰਤੋਖ ਇਹ ਜਿਹੜਾ ਹੈਗਾ ਦਇਆ ਧਰਮ, ਸਤ ਸੰਤੋਖ ਦਇਆ ਧਰਮ ਧੀਰਜ, ਇਹ ਗੁਣ ਆ ਜਾਣਗੇ ਅੰਦਰ। ਭਾਓ ਪਿਆਰ ਆ ਜਾਏਗਾ ਮਾਲਕ ਦੇ ਨਾਲ, ਪਤੀ ਦੇ ਨਾਲ ਮਿਲਾਪ, ਪਤੀ ਨੂੰ ਮਿਲਣ ਦੇ ਵਾਸਤੇ ਮਨ ਦੇ ਅੰਦਰ ਖਿੱਚ ਪੈਦਾ ਹੋ ਜਾਏਗੀ। ਤੇ ਆਓ ਗੁਣ ਜਾਣਗੇ ਤੇ ਗੁਣ ਆਉਣਗੇ। ਸਤ ਸੰਤੋਖ ਕਰ ਭਾਓ ਕੁੜਮ। ਆ ਕੁੜਮ ਕਹਿੰਦੇ ਆ ਪਿਓ, ਕਹਿੰਦੇ ਆ ਨਾ ਕੁੜਮਾਂ ਦੀ ਮਿਲਣੀ, ਆ ਕੁੜਮ ਆ ਭਾਈ। ਔਰ ਮਾਲਕ ਪਰਮਾਤਮਾ ਦਾ ਤਾਂ ਕੋਈ ਕੁੜਮ ਹੈ ਨਹੀਂ। ਆਪਾਂ ਜੀਵ ਇਸਤਰੀਆਂ ਹੈਗੀਆਂ, ਆਪਣਾ ਕੁੜਮ ਹੈਗਾ। ਕੌਣ ਹੈ ਕੁੜਮ? ਆਪਣਾ ਕੁੜਮ ਹੈਗਾ ਗੁਰੂ ਬ੍ਰਹਮ ਗਿਆਨੀ ਗਿਆਨ। ਇਹਨੇ ਕੁੜਮਾਈ ਕਰਾਉਣੀ ਆਪਣੀ। ਇਹ ਕਹਿੰਦੇ ਆ ਗੁਣ ਲੈ ਲਾ ਪਿਆਰਿਆ। ਸਤ ਸੰਤੋਖ ਕਰ ਭਾਓ ਪ੍ਰੇਮ, ਕੁੜਮਾਈ ਆਇਆ ਬਲਰਾਮ ਜੀਓ। ਇਸ ਵਾਸਤੇ ਜਿਹੜਾ ਹੈਗਾ ਗੁਰੂ ਬ੍ਰਹਮ ਗਿਆਨੀ ਸਤਿਗੁਰੂ, ਜਿਹਨੂੰ ਪਹਿਲਾਂ ਕਹਿੰਦੀ ਹੈ ਬਾਣੀ, ਸ਼ੁਰੂ ਇੱਥੋਂ ਹੋਇਆ ਸ਼ਬਦ ਬਈ ਸਤਿਗੁਰ ਪੁਰਖ ਮਿਲਾਏ। ਆਇਆ ਕੁੜਮ, ਅਵਗੁਣ ਵਿਕਣਾ ਗੁਣ ਰਵਾਂ ਬਲਰਾਮ ਜੀਓ। ਹੈਗਾ ਕੁੜਮ। ਔਰ ਇਹਨੇ ਜਿਹੜਾ ਹੈਗਾ ਕੁੜਮ ਨੇ ਇਸ ਤੈਨੂੰ ਕੁੜਮਾਈ ਵਾਸਤੇ ਜਿਹੜਾ ਹੈਗਾ ਤੇਰੇ ਜੀਵਨ ਦੇ ਵਿੱਚ ਗੁਰੂ ਬ੍ਰਹਮ ਗਿਆਨੀ ਬ੍ਰਹਮ ਗਿਆਨ ਇਹ ਇਸ ਵਾਸਤੇ ਆਇਆ ਵੀ ਤੈਨੂੰ ਪਰਮਾਤਮਾ ਦੇ ਨਾਲ ਮਿਲਾਇਆ ਜਾਏ। ਸਤ ਸੰਤੋਖ ਕਰ ਭਾਓ, ਇਹ ਗੁਣ ਲੈ ਆਪਣੇ ਅੰਦਰ, ਵਸਾ ਇਹਨਾਂ ਨੂੰ। ਕੁੜਮਾਈ ਆਇਆ ਬਲਰਾਮ ਜੀ, ਤੇਰੇ ਜੀਵਨ ਦੇ ਵਿੱਚ ਗੁਰੂ ਵਿਚੋਲਾ ਇਸੇ ਵਾਸਤੇ ਆਇਆ। ਉਹ ਬਾਪ ਤੇਰਾ ਜਿਹੜਾ ਹੈਗਾ ਉਹਨੇ ਤੇਰਾ ਜਿਹੜਾ ਹੈਗਾ ਕੰਨਿਆਦਾਨ ਕਰਨਾ ਆ। ਸਤ ਸੰਤੋਖ ਕਰ ਭਾਓ ਕੁੜਮਾਈ ਆਇਆ ਬਲਰਾਮ ਜੀਓ। ਸੰਤ ਜਨਾ ਕਰ ਮੇਲ ਗੁਰਬਾਣੀ ਗਾਵਾਈਆ ਬਲਰਾਮ ਜੀਓ। ਮਨ ਨੂੰ ਪੱਕਾ ਕਰ ਦੇ, ਸਾਧ ਸੰਗਤ ਦੇ ਵਿੱਚ ਬੈਠ। ਸੰਤ ਜਿਹੜੇ ਹੁੰਦੇ ਆ, ਸੰਤ ਦਾ ਮਤਲਬ ਹੁੰਦਾ ਐਕਚੁਅਲੀ ਡਿਕਸ਼ਨਰੀ ਮੀਨਿੰਗ ਸੰਤ ਦਾ ਦੇਖੀਏ ਤੇ ਸੰਤ ਦਾ ਮਤਲਬ ਹੁੰਦਾ ਸ਼ਾਂਤ। ਸ਼ਾਂਤ ਤਾਂ ਹੋਊਗਾ ਜੇ ਸਾਧਨਾ ਕੀਤੀ ਹੋਏ, ਜੇ ਸਾਧ ਬਣਿਆ ਹੋਊਗਾ ਤੇ ਸ਼ਾਂਤ ਹੋ ਜਾਏਗਾ। ਸਾਧਨਾ ਕੀ ਹੈਗੀ? ਮਨ ਨੂੰ ਸਾਧਿਆ ਹੋਏ, ਮਨ ਨੂੰ ਵਿਸ਼ੇ ਵਿਕਾਰਾਂ ਤੋਂ ਸਾਧਿਆ ਹੋਏ। ਹੁਣ ਕੁੱਤਾ ਹੈਗਾ, ਮਜਾਲ ਕੁੱਤੇ ਦੇ ਕੋਲ ਜਿਹੜਾ ਹੈਗਾ ਕਿੰਨੇ ਪਦਾਰਥ ਰੱਖ ਦੋ, ਮਾਲਕ ਨਹੀਂ ਹੁਕਮ ਕਰੂਗਾ, ਕੁੱਤਾ ਮਜਾ ਲਿਆ ਜਿਹੜਾ ਹੈ ਉਧਰ ਵੱਲ ਨੂੰ ਦੇਖ ਵੀ ਲਏ। ਇਹਨੂੰ ਕਹਿੰਦੇ ਆ ਸਾਧਨਾ, ਇਹਨੂੰ ਕਹਿੰਦੇ ਆ ਸਾਧ। ਕਹਿੰਦੇ ਸੰਤ ਜਨਾਂ ਕਰ ਮੇਲ। ਸੰਤ ਜਨ ਜਿਹੜੇ ਹੈਗੇ ਜਿਨ੍ਹਾਂ ਨੇ ਮਨ ਦੇ ਵਿੱਚ ਜਿਨ੍ਹਾਂ ਦੇ ਸ਼ਾਂਤੀ ਹੈਗੀ ਆ, ਜਿਹੜੇ ਧਿਆਨ ਸਿਮਰਨ ਕਰਦੇ ਆ, ਜਿਹੜੇ ਅੱਗੇ ਪਹੁੰਚੇ ਹੋਏ ਆ, ਉਹਨਾਂ ਦੇ ਨਾਲ ਮੇਲ ਕਰ।
ਤੇ ਦੂਸਰੀ ਚੀਜ਼ ਗੁਰਬਾਣੀ ਗਾਵਾਈਆ ਬਲਰਾਮ ਜੀਓ। ਦੇਖ ਬਾਣੀ ਨੂੰ ਚੱਬਦੇ ਰਹਿ, ਗੁਰਬਾਣੀ ਨੂੰ ਚੱਬਦੇ ਰਹਿ। ਇਹਨੂੰ ਗਵਾਈਆ ਦਾ ਮਤਲਬ ਹੁਣ ਆਪਾਂ ਗਵਈਏ ਥੋੜ੍ਹਾ ਨਾ ਬਣ ਜਾਣਾ। ਕਹਿੰਦੇ ਇਹਨੂੰ ਪਿਆਰ ਦੇ ਨਾਲ ਜਿਹੜਾ ਹੈਗਾ, ਇਸ ਗੁਰਬਾਣੀ ਦੇ ਨਾਲ ਇਹਨੂੰ ਸਮਾਂ ਦੇ, ਇਹਨੂੰ ਪਿਆਰ ਦੇ ਨਾਲ ਵਿਚਾਰਦੇ ਰਹਿ, ਇਹਦੇ ਨਾਲ ਜੁੜਿਆ ਰਹਿ। ਸੰਤ ਜਨਾ ਕਰ ਮੇਲ, ਗੁਰਬਾਣੀ ਗਵਾਈਆ ਬਲਰਾਮ ਜੀਓ। ਬਾਣੀ ਗੁਰ ਗਾਈ। ਦੇਖ ਕਿਹੜੀ ਬਾਣੀ ਗਾਉਣੀ ਆ? ਗੁਰੂ ਦੀ, ਬ੍ਰਹਮ ਗਿਆਨੀਆਂ ਦੀ, ਬ੍ਰਹਮ ਗਿਆਨ ਦੀ, ਜਿਨ੍ਹਾਂ ਨੇ ਜਿਹੜੇ ਪਹੁੰਚੇ ਹੋਏ ਆ ਉਹਨਾਂ ਦੀ ਮੱਤ। ਬਾਣੀ ਗੁਰ ਗਾਈ ਪਰਮ ਗਤ ਪਾਈ। ਕਹਿੰਦੇ ਸਭ ਤੋਂ ਉੱਚੀ ਅਵਸਥਾ ਪ੍ਰਾਪਤ ਹੋ ਗਈ, ਪਰਮਗਤ। ਲੋ ਪੰਚ ਮਿਲੇ ਸੁਹਾਇਆ। ਆ ਪੰਜ ਜਿਹੜੇ ਆ ਮਿਲ ਗਏ ਪਾਈ, ਔਰ ਜੀਵਨ ਸੁਭਾਇਮਾਨ ਹੋ ਗਿਆ। ਉਹਦੇ ਅਵਗੁਣ ਗਏ। ਪੰਚ ਮਿਲੇ ਦਾ ਕੀ ਮਤਲਬ ਹੋਇਆ? ਇਹ ਗਿਆਨ ਇੰਦਰੀਆਂ ਜਿਹੜੀਆਂ ਹੈਗੀਆਂ, ਜਿਹੜੀਆਂ ਇਹ ਅੱਖਾਂ, ਜਿਹੜੀ ਜੀਭ ਸਵਾਦ ਹੀ ਨਹੀਂ ਛੱਡਣ ਨੂੰ ਤਿਆਰ। ਔਰ ਗਿਆਨ ਇੰਦਰੀ ਜਿਹੜੀ ਹੈਗੀ ਆ, ਬਸ ਉਹ ਅੱਖਾਂ ਦੇਖ ਲਓ, ਪਰਾਇਆ ਰੂਪ ਨਹੀਂ ਛੱਡਣ ਨੂੰ ਤਿਆਰ, ਪਰਾਇਆ ਧਨ। ਇਹ ਸਾਰੀਆਂ ਜਿਹੜੀਆਂ ਕੰਨ, ਨਿੰਦਿਆ, ਚੁਗਲੀ, ਈਰਖਾ ਜਿਹੜੇ ਹੈਗੇ, ਹੋਰ ਜਿਹੜੇ ਹੈਗੇ ਆਪਾਂ ਇੰਟਰਟੇਨਮੈਂਟ ਸਾਰੇ ਜਿਹੜਾ ਨਹੀਂ ਛੱਡਣ ਨੂੰ ਤਿਆਰ। ਇਹ ਪੰਜ ਦੇ ਪੰਜ ਕਹਿੰਦੇ ਮਿਲ ਗਏ ਹੁਣ। ਕਹਿੰਦੇ ਅਸੀਂ ਤਾਂ ਆਹ ਜਿਹੜਾ ਹੈਗਾ ਆਹ ਹੈ, ਅਸੀਂ ਤਾਂ ਮਿਲਾਪ ਦੇ ਵਾਸਤੇ ਇਹ ਵੀ ਆ ਗਏ, ਸਹਾਇਤਾ ਕਰਨ ਵਾਸਤੇ, ਇਹ ਵੀ ਧਿਆਨ ਸਿਮਰਨ ਵਾਸਤੇ, ਔਰ ਗੁਰਬਾਣੀ ਜਿਹੜੀ ਹੈਗੀ, ਬਾਣੀ ਗੁਰ ਗਾਈ, ਇਹਦੇ ਵਾਸਤੇ ਜਿਹੜਾ ਹੈਗਾ ਇਹ ਵੀ ਲੱਗ ਗਏ। ਬਾਣੀ ਗੁਰ ਗਾਈ ਪਰਮ ਗਤ ਪਾਈ, ਪੰਚ ਮਿਲੇ ਸੁਹਾਇਆ। ਜਦ ਇਹ ਪੰਜ ਮਿਲ ਗਏ ਤੇ ਨਹੀਂ ਅੜੀ ਕਰਦੇ, ਨਹੀਂ ਤਾਂ ਕਹਿੰਦੇ ਅਸੀਂ ਨਹੀਂ ਛੱਡਣਾ ਭਾਈ ਆਹ ਸਵਾਦ, ਅਸੀਂ ਨਹੀਂ ਛੱਡਣੀ ਆਹ ਚੀਜ਼। ਗਿਆ ਕ੍ਰੋਧ ਮਮਤਾ ਤਨ ਨਾਠੀ, ਪਾਖੰਡ ਭਰਮ ਗਵਾਇਆ। ਆ ਕ੍ਰੋਧ ਵੀ ਚਲਾ ਗਿਆ, ਮਮਤਾ ਵੀ ਚਲੀ ਗਈ, ਤਨ ਚੋਂ ਨੱਠ ਗਈ, ਪਖੰਡ ਵੀ ਚਲਾ ਗਿਆ। ਪਖੰਡ, ਭਰਮ। ਪਖੰਡ ਕੀ ਹੈਗਾ? ਪਖੰਡ ਕਿਹਨੂੰ ਕਹਿੰਦੇ ਆ ਭਾਈ? ਆਪਾਂ ਜਿਹੜੇ ਹੈਗੇ ਨਹੀਂ ਛੱਡ ਰਹੇ ਉਸ ਚੀਜ਼ ਨੂੰ। ਪਾਖੰਡ ਹੈਗਾ ਆਪਾਂ ਜਿਹੜੇ ਹੈਗੇ ਸੱਚ ਦੇ ਉੱਤੇ ਨਹੀਂ ਹੈਗੇ ਆ। ਆਪਾਂ ਸਾਧੂ ਬਣੇ ਹੋਏ ਆ, ਸਾਧਨਾ ਔਰ ਜਿਹੜਾ ਹੈਗਾ ਆਪਣੇ ਅੰਦਰ ਐਬ ਆਪਾਂ ਛੁਪਾ ਰਹੇ ਹਾਂ। ਐਬ ਨੂੰ ਪ੍ਰਗਟ, ਐਬ ਨਹੀਂ ਛੱਡਣਾ ਨਹੀਂ ਚਾਹੁੰਦੇ ਆਪਾਂ। ਮਹਾਰਾਜ ਪਹਿਲੀ ਪਾਤਸ਼ਾਹੀ ਕਹਿੰਦੇ ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾ ਹੀ ਜੀਓ। ਇਹ ਵੇਸ ਜਿਹੜਾ ਹੈਗਾ ਤੇਰਾ ਸਾਧੂਆਂ ਵਾਲਾ ਵੇਸ, ਤੇਰਾ ਜਿਹੜਾ ਹੈਗਾ ਭੇਖ, ਇਹ ਭੇਖ ਆ, ਇਹ ਪਖੰਡ ਹੈਗਾ, ਛੱਡ ਦੇ ਇਹਨੂੰ। ਪਖੰਡ ਨਾ ਕਰ, ਜੋ ਹੈਗਾ ਜਿਸ ਤਰ੍ਹਾਂ ਹੈਗਾ ਉਸ ਤਰ੍ਹਾਂ ਜਿਹੜਾ ਹੈਗਾ ਸਾਧਨਾ ਕਰ। ਜੇ ਨਹੀਂ ਜਿਹੜਾ ਹੈਗਾ ਕੋਈ ਐਬ ਨਹੀਂ ਜਾ ਰਿਹਾ ਤੇ ਸਾਧਨਾ ਕਰ। ਆ ਗੁਰੂ ਦੀ ਮੱਤ ਜਿਹੜੀ ਹੈਗੀ ਇਹਨੂੰ ਲਈ ਜਾ। ਗਿਆ ਕ੍ਰੋਧ ਮਮਤਾ ਤਨ ਨਾਠੀ, ਪਾਖੰਡ ਪਰਮ ਗਵਾਇਆ। ਹਉਮੈ ਪੀਰ ਗਈ ਸੁਖ ਪਾਇਆ, ਆਰੋਗਤ ਭਏ ਸਰੀਰਾ। ਹਉਮੈ ਜਿਹੜੀ ਹੈ ਸਭ ਤੋਂ ਮੇਜਰ ਜਿਹੜੀ ਆਪਣੀ ਹਉਮੈ ਹੀ ਤਾਂ ਆਪਾਂ ਨੂੰ ਜਿਹੜੀ ਹੈਗੀ ਲੈਣ ਨਹੀਂ ਦਿੰਦੀ। ਬਸ ਮੈਂ ਉਹਨੇ ਮੈਂ ਕਰਕੇ ਜਿਹੜਾ ਹੈਗਾ ਜੋ ਐਬ ਹੈ ਉਹਨੂੰ ਜਿਹੜਾ ਹੈਗਾ ਉਹਨੇ ਪੱਕਾ ਕਰੀ ਜਾਣਾ। ਹਉਮੈ ਪੀਰ ਗਈ ਸੁਖ ਪਾਇਆ। ਕਹਿੰਦੇ ਜਦ ਤੱਕ ਇਹ ਹਉਮੈ ਦੀ ਪੀੜਾ, ਇਹ ਪੀੜਾ ਹੈਗੀ ਭਾਈ, ਇਹ ਤਕਲੀਫ ਹੈਗੀ, ਇਹਨੇ ਵੀ ਜਾਣਾ ਹੈ। ਹਉਮੈ ਪੀੜ ਚਲੇ ਜਾਣੀ ਹੈ, ਸੁਖੀ ਹੋ ਜਾਏਗਾ ਇਨਸਾਨ। ਆਰੋਗਤ ਭਏ ਸਰੀਰਾ, ਔਰ ਸਰੀਰ ਜਿਹੜਾ ਹੈਗਾ ਆਰੋਗ ਹੋ ਜਾਏਗਾ, ਰੋਗਾਂ ਤੋਂ ਰਹਿਤ ਹੋ ਜਾਏਗਾ। ਗੁਰ ਪ੍ਰਸਾਦੀ ਬ੍ਰਹਮ ਪਛਾਤਾ, ਨਾਨਕ ਗੁਣੀ ਗਹੀਰਾ। ਇਹ ਗੁਰੂ ਦੇ ਪ੍ਰਸਾਦ ਦੇ ਨਾਲ, ਗੁਰੂ ਦੇ ਗਿਆਨ ਦੇ ਦੁਆਰਾ, ਗੁਰੂ ਦੀ ਆਹ ਦੱਸੀ ਹੋਈ ਜਿਹੜੀ ਹੈਗੀ ਇਹ ਕਾਰਵਾਈ ਦੇ ਦੁਆਰਾ ਉਹ ਬ੍ਰਹਮ ਨੂੰ ਪਛਾਣ ਲਿਆ। ਔਰ ਗੁਣੀ ਗਹੀਰਾ ਕੀ ਕਹਿ ਰਿਹਾ? ਗੁਣੀ ਗਹੀਰਾ, ਉਹ ਗੁਣਾ ਵਾਲਾ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ, ਉਹ ਗੁਣਾ ਵਾਲਾ ਗਹੀਰ ਉਹ ਤਾਂ ਹੈ ਹੀ। ਉਹ ਜਿਹੜਾ ਯਾਤਰਾ ਕਰ ਰਿਹਾ ਆ ਉਹ ਵੀ ਗੁਣਾ ਵਾਲਾ ਬਣ ਗਿਆ ਭਾਈ, ਗਹਿਰੇ ਗੁਣਾ ਵਾਲਾ ਬਣ ਗਿਆ ਉਹ ਵੀ, ਕਿਉਂਕਿ ਉਹਨੇ ਅਵਗੁਣ ਵਿਕਾ ਦਿੱਤੇ, ਛੱਡ ਦਿੱਤੇ। ਸਤਿਗੁਰ ਪੁਰਖ ਮਿਲਾਏ, ਅਵਗੁਣ ਵਿਕਣਾ ਗੁਣ ਰਵਾਂ ਬਲਰਾਮ ਜੀਓ। ਜਰਨੀ ਇੱਥੋਂ ਸ਼ੁਰੂ ਹੋਈ, ਇਸ ਸ਼ਬਦ ਇੱਥੋਂ ਸ਼ੁਰੂ ਹੋਇਆ ਸੀਗਾ, 2 ਬੰਦ ਹੋਏ ਹਾਲੇ। ਔਰ
ਪਰ ਦੇਖੋ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਜਿਹੜਾ ਹੈਗਾ ਐਸੀ ਜਗ੍ਹਾ 'ਤੇ ਵਾਪਸ ਆਵਾਂਗੇ। ਇਹ ਸਵਾਦ ਦੇ ਬਾਰੇ ਜਿਹੜਾ ਹੈਗਾ, ਇਹ ਇੱਕ ਸ਼ਬਦ ਸਵਾਦ ਦੇ ਬਾਰੇ, ਵੈਸੇ 2-3 ਜਿਹੜੇ ਹੈਗੇ ਉਹਨਾਂ ਨੂੰ ਮੈਂ ਖਾਲੀ ਦੱਸ ਦਿੰਦਾ ਹੈ। ਉਹ ਆਉਂਦਾ ਪੰਚ ਦੋਖ ਅਸਾਧ ਜਾਮੇ ਤਾਕੀ ਕੇਤਕ ਆਸ। ਇਹਦੇ ਵਿੱਚ ਜਿਹੜੇ ਹੈਗੇ ਆਪਾਂ ਥੋੜ੍ਹੀ ਉਹਨਾਂ ਦੀ ਲਾਈਨ ਲਵਾਂਗੇ ਭਾਈ। ਕਹਿੰਦੇ ਕਿ ਆਹ ਜਿਹੜੇ ਹੈਗੇ ਰਵਿਦਾਸ ਜੀ ਕਹਿੰਦੇ ਆ 486 ਅੰਗ ਦੇ ਉੱਤੇ ਡਿਸਪਲੇ ਵੀ ਕੀਤਾ ਮੈਂ ਸ਼ਬਦ, ਮ੍ਰਿਗ ਮੀਨ ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ ਏਕ ਓਂਕਾਰ ਸਤਿਗੁਰ ਪ੍ਰਸਾਦ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਕਹਿੰਦੇ ਮੱਛੀ, ਮ੍ਰਿਗ ਕਹਿੰਦੇ ਹਿਰਨ, ਮੀਨ ਕਹਿੰਦੇ ਮੱਛੀ, ਭ੍ਰਿੰਗ ਕਹਿੰਦੇ ਆ ਭੌਰਾ, ਪਤੰਗ ਕਹਿੰਦੇ ਪਤੰਗਾ ਜਿਹੜਾ ਦੀਪਕ 'ਤੇ ਜਾ ਕੇ ਤਿਆਗ ਦਿੰਦਾ, ਆਪਣਾ ਦੀਪਕ 'ਤੇ ਆ ਕੇ ਸੜ ਜਾਂਦਾ ਹੈ, ਜੀਵਨ ਮਿਲਿਆ ਸਾੜ ਦਿੰਦਾ ਹੈ ਉਹਨੂੰ। ਮੱਛੀ ਜਿਹੜੀ ਹੈ ਸਵਾਦਾਂ ਦੇ ਵਿੱਚ ਫਸ ਕੇ ਜਿਹੜੀ ਹੈਗੀ ਆ ਫੜੀ ਜਾਂਦੀ ਹੈ। ਮਿਰਗ ਜਿਹੜਾ ਹੈ ਘੰਡਾ ਹਿੜਦੀ, ਉਹ ਜਿਹੜੀ ਹੈਗੀ ਆ ਉਹਦੇ ਨਾਲ ਉਹਨੂੰ ਸ਼ਿਕਾਰ ਕਰ ਲੈਂਦੇ ਆ। ਉਹਨੂੰ ਧੁੰਨ ਜਿਹੜੀ ਹੈ ਉਹਨੂੰ ਉਹ ਘੜੇ ਦੇ ਉੱਤੇ ਚਿੱਪੀ ਮਾਰਦੇ ਆ ਅਤੇ ਉਹਨੂੰ ਉਹ ਚੰਗੀ ਲੱਗਦੀ, ਘੜੂਮ। ਮ੍ਰਿਗ ਮੀਨ ਭ੍ਰਿੰਗ, ਭੌਰਾ ਜਿਹੜਾ ਹੈਗਾ ਫੁੱਲ ਦੇ ਵਿੱਚ, ਕਮਲ ਦੇ ਵਿੱਚ ਜਾ ਕੇ ਜਿਹੜਾ ਹੈਗਾ ਸਵਾਦ ਦੇ ਕਾਰਨ ਜਿਹੜਾ ਹੈਗਾ ਉਹਦਾ ਜੀਵਨ ਜਿਹੜਾ ਹੈਗਾ ਖਤਮ ਹੋ ਜਾਂਦਾ। ਕੁੰਚਰ ਕਾਮ ਦੇ ਕਾਰਨ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਕਹਿੰਦੇ ਇੱਕ ਇਹਨਾਂ ਦੇ ਵਿੱਚ ਇੱਕ ਹੀ ਕੈਬ ਹੈਗਾ, ਇਹਦੇ ਨਾਲ ਇਹਨਾਂ ਦਾ ਜੀਵਨ ਖਤਮ ਹੋ ਗਿਆ। ਪੰਚ ਦੋਖ ਅਸਾਧ ਜਾਮੇ ਤਾਕੀ ਕੇਤਕ ਆਸ। 10 ਪਿਆਰਿਆ ਤੇਰੇ ਅੰਦਰ ਤਾਂ 5 ਦੋਖ ਹੈਗੇ ਆ ਪਿਆਰਿਆ, ਤੇਰੇ ਅੰਦਰ 5 ਦੋਖ ਅਸਾਧ ਹੈਗੇ, ਨਹੀਂ ਸਾਧੇ ਜਾਂਦੇ। ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਤਾਕੀ ਕੇਤਕ ਆਸ। 10 ਤੇਰੀ ਕੀ ਆਸ ਹੈ ਵੀ ਤੂੰ ਜਿਹੜਾ ਹੈਗਾ ਤੇਰਾ ਜੀਵਨ ਜਿਹੜੀ ਹੈ ਮਾਇਆ ਕਿਉਂ ਨਹੀਂ ਜਿਹੜਾ ਖਤਮ ਕਰ ਜਾਏਗੀ। ਫਿਰ ਮਾਲਕ ਦੇ ਅੱਗੇ ਬੇਨਤੀ ਹੈ, ਮਾਧੋ ਅਵਿਦਿਆ ਹਿਤ ਕੀਨ। ਮਾਲਕਾ ਮੇਰੇ ਕੋਲ ਗਿਆਨ ਨਹੀਂ ਹੈਗਾ, ਮੇਰੇ ਕੋਲ ਅਵਿਦਿਆ ਹੈਗੀ ਆ, ਤਾਂ ਕਰਕੇ ਇਹ ਹੋ ਰਿਹਾ। ਮੈਂ ਜਿਹੜਾ ਗਿਆਨ ਲੈਣਾ ਹੀ ਨਹੀਂ ਚਾਹੁੰਦਾ। ਉੱਥੇ ਤਾਂ ਕਹਿੰਦੇ ਅੱਗੇ ਚਲੋ। ਮਾਧੋ ਅਵਿਦਿਆ ਹਿਤ ਕੀਨ। ਅਵਿਦਿਆ ਦੇ ਨਾਲ ਜਿਹੜਾ ਹੈਗਾ ਮੈਂ ਪਿਆਰ ਕੀਤਾ ਹੋਇਆ, ਅਵਿਦਿਆ ਨੂੰ ਫੜਿਆ ਹੋਇਆ ਹੈ। ਵਿਵੇਕ ਦੀਪ ਮਲੀਨ। ਮੇਰਾ ਵਿਵੇਕ ਦੀਪਕ ਜਿਹੜਾ ਹੈ ਮਲੀਨ ਹੈਗਾ। ਦੀਵਾ ਵਿਵੇਕ ਬੁੱਧੀ ਹੈ ਨਹੀਂ ਗੀ ਮੇਰੀ, ਮਲੀਨ ਹੈਗੀ ਆ। ਉਹਦੇ ਉੱਤੇ ਜਿਹੜਾ ਹੈਗਾ ਇਹ ਸਵਾਦ ਸੰਸਕਾਰ ਛਾਏ ਹੋਏ। ਇੰਨਾ ਹੀ ਲਵਾਂਗੇ ਆਪਾਂ। ਇਸ ਤੋਂ ਬਾਅਦ 5ਵੀਂ ਪਾਤਸ਼ਾਹੀ ਕਹਿੰਦੀ ਆ, ਇਹ 616 ਅੰਗ ਦੇ ਉੱਤੇ ਸੋਰਠ ਰਾਗ ਦੇ ਵਿੱਚ ਆ, ਆਪਾਂ ਕਰਕੇ ਹੀ ਹਟੇ ਹਾਂ ਇਸ ਸ਼ਬਦ ਨੂੰ। ਇਹਦੇ ਵਿੱਚ ਆਉਂਦਾ ਆਖਰੀ ਦੇ ਵਿੱਚ ਸੈਕੰਡ ਬੰਦ ਦੇ ਵਿੱਚ ਆਉਂਦਾ, ਜਿਹਵਾ ਸਵਾਦ ਲੋਭ ਮਦ ਮਾਤੋ ਉਪਜੇ ਅਨਕ ਵਿਕਾਰਾ। ਕਹਿੰਦੇ ਜੀਵ ਦਾ ਸਵਾਦ, ਲੋਭ, ਮਦ, ਨਸ਼ਾ, ਇਹਦੇ ਵਿੱਚ ਮੱਤਿਆ ਪਿਆ ਇਨਸਾਨ। ਇਹ ਸਵਾਦਾਂ ਦੇ ਵਿੱਚ, ਲਾਲਚ ਦੇ ਵਿੱਚ, ਸਵਾਦਾਂ ਦਾ ਲਾਲਚ ਹੈਗਾ ਇਨਸਾਨ ਨੂੰ। ਇਹਦੇ ਨਾਲ ਹੁੰਦਾ ਕੀ ਹੈ? ਸਵਾਦਾਂ ਦੇ ਨਾਲ, ਇਹ ਸਵਾਦਾਂ ਦੇ ਨਾਲ ਹੀ ਜਿਹੜਾ ਹੈਗਾ ਆਪਣੇ ਅੰਦਰ ਵਿਕਾਰ ਪੈਦਾ ਹੁੰਦੇ। ਜਿਹਵਾ ਸਵਾਦ ਲੋਭ ਮਦ ਮਾਤੋ ਉਪਜੇ ਅਨਕ ਵਿਕਾਰਾ। ਇਹਨਾਂ ਦੇ ਨਾਲ ਅਨੇਕਾਂ ਹੀ ਵਿਕਾਰ ਪੈਦਾ ਹੁੰਦੇ। ਸਵਾਦਾਂ ਦੇ ਕਾਰਨ ਸਰੀਰ ਰੋਗੀ ਹੋ ਜਾਂਦਾ ਹੈ, ਰੋਗ ਪੈਦਾ, ਫਿਜ਼ੀਕਲ ਰੋਗ, ਮੈਂਟਲ ਰੋਗ, ਸਾਰੇ ਸਵਾਦਾਂ ਦੇ ਕਾਰਨ ਹੁੰਦੇ। ਜਿਹਵਾ ਸਵਾਦ ਲੋਭ ਮਦ ਮਾਤੋ ਉਪਜੇ ਅਨਕ ਵਿਕਾਰਾ। ਬਹੁਤ ਜੋਨ ਭਰਮਤ ਦੁੱਖ ਪਾਇਆ ਹਉਮੈ ਬੰਧਨ ਕੇ ਭਾਰਾ। ਕਹਿੰਦੇ ਬਹੁਤ ਜੂਨਾਂ ਦੇ ਵਿੱਚ ਭਟਕਣਾ ਪੈਂਦਾ ਹੈ ਭਾਈ, ਭਰਮਤ, ਦੁਖੀ ਹੁੰਦਾ ਇਨਸਾਨ ਕਿ ਹਉਮੈ ਦੇ ਕਾਰਨ ਕਿ ਨਹੀਂ ਛੱਡਣਾ, ਮੈਂ ਆਪਣੀ ਮੱਤ ਨੂੰ ਉੱਪਰ ਰੱਖਣਾ। ਆਹੀ ਬੰਧਨ ਹੈਗੇ ਭਾਈ, ਭਾਰ ਇਹੀ ਹੈਗਾ। ਬਹੁਤ ਜੋਨ ਭਰਮਤ ਦੁੱਖ ਪਾਇਆ ਹਉਮੈ ਬੰਧਨ ਕੇ ਭਾਰਾ। ਜਿਹਵਾ ਸਵਾਦ ਲੋਭ ਮਦ ਮਾਤੋ ਉਪਜੇ ਅਨਕ ਵਿਕਾਰਾ। ਇਹ ਖਾਣ ਦਾ ਸਵਾਦ ਨਹੀਂ ਹੈਗਾ
ਕਿ ਇਹਦੇ ਬਗੈਰ ਜਿਹੜਾ ਹੈਗਾ ਦੇਖੋ ਮੀਟ ਮੱਛੀ ਜਿਹੜਾ ਜੋ ਵੀ ਆਪਾਂ ਖਾ ਰਹੇ ਹਾਂ ਇਹਦੇ ਬਗੈਰ ਜਿਹੜਾ ਹੈਗਾ ਕਿ ਆਪਾਂ ਰਹਿ ਨਹੀਂ ਸਕਦੇ, ਕਿ ਆਪਣੀ ਮਜਬੂਰੀ ਹੈ। ਇਹਨਾਂ ਦੀ ਤਾਂ ਮਜਬੂਰੀ ਹੈਗੀ, ਜਿਹੜੇ ਮੀਟ ਖਾਣ ਵਾਲੇ ਮੱਛੀਆਂ ਹੈਗੀਆਂ, ਸ਼ੇਰ ਹੈਗੇ, ਇਹਨਾਂ ਦੀ ਮਜਬੂਰੀ, ਇਹਨਾਂ ਕੋਲ ਕੁਛ ਨਹੀਂ ਹੈ। ਮਾਲਕ ਨੇ ਇਹਨਾਂ ਨੂੰ ਬਣਾਇਆ ਇਸ ਤਰ੍ਹਾਂ। ਕਿਉਂ ਬਣਾਇਆ ਇਹਨਾਂ ਨੂੰ ਇਸ ਤਰ੍ਹਾਂ? ਕਿਉਂਕਿ ਇਹ ਆਪਣੇ ਇਨਸਾਨ ਦੀ ਜੂਨ 'ਚ ਸੀਗੇ, ਇਨਸਾਨ ਦੀ ਜੂਨ 'ਚੋਂ ਉੱਧਰ ਗਏ ਆ। ਕਹਿੰਦੇ ਤੂੰ ਜਿਹੜਾ ਰੱਜਦਾ ਨਹੀਂ ਸੀਗਾ ਮੀਟ ਦੇ ਨਾਲ, ਇੱਧਰ ਆ, ਤੂੰ ਇੱਧਰ ਆ, ਲੈ ਫਿਰ ਆ ਖਾ, ਦਿਨ ਰਾਤ ਖਾਈ ਜਾ, ਬਸ ਤੈਨੂੰ ਇੱਕੋ ਹੀ ਕੰਮ ਹੈ, ਆਹੀ ਕੰਮ ਕਰਨਾ ਹੈ ਤੂੰ। ਜਿਹਵਾ ਸਵਾਦ ਲੋਭ ਮਦ ਮਾਤੋ ਉਪਜੇ, ਐਵੇਂ ਥੋੜ੍ਹੀ ਨਾ ਜੂਨਾਂ ਚੱਲ ਪੈਂਦੀਆਂ ਹੈ। ਜਸਵਿੰਦਰ ਜੀ ਬੰਦ ਕਰ ਦਿਓ ਤੁਹਾਡਾ ਕੈਮਰਾ ਪਲੀਜ਼। ਜਸਵਿੰਦਰ ਕੈਮਰਾ ਬੰਦ ਕਰ ਦਿਓ। ਜਸਵਿੰਦਰ ਮੇਰੇ ਕੋਲ ਆਪਸ਼ਨ ਨਹੀਂ ਹੁੰਦਾ ਜੀ ਐਕਚੁਅਲੀ ਨਾ। ਚਲੋ ਕੈਮਰੇ ਦਾ ਆਪਸ਼ਨ ਨਹੀਂ ਆਉਂਦਾ। ਹਾਂਜੀ ਹਾਂਜੀ ਹਾਂਜੀ, ਕੈਮਰੇ ਦਾ ਆਪਸ਼ਨ ਨਹੀਂ ਹੈ ਔਰ ਉਹ ਸੁਣ ਵੀ ਨਹੀਂ ਰਹੇ, ਪਤਾ ਨਹੀਂ। ਸਿਆਣੇ ਆ, ਕੋਈ ਗੱਲ ਨਹੀਂ। ਹਾਂਜੀ ਹਾਂਜੀ ਕਰ ਦੇਣਾ ਜੀ। ਜਸਵਿੰਦਰ ਕੌਰ ਜੀ ਕੈਮਰਾ ਬੰਦ ਕਰ ਦਿਓ, ਤੁਹਾਡਾ ਕੈਮਰਾ ਹੈਗਾ ਨਾਲ। ਅਤੇ ਆਪਾਂ ਸੀਗੇ ਇਹ ਸਵਾਦਾਂ ਦੇ ਉੱਤੇ ਸੀਗੇ ਆਪਾਂ। ਇਹ ਸਵਾਦ ਹੈਗੇ ਜੀ, ਸਾਰੇ ਸਵਾਦ ਹੈਗੇ। ਦੇਖੋ ਸਵਾਦ ਇਹ ਆਪਣੀ ਮਜਬੂਰੀ ਨਹੀਂ ਹੈਗੀ ਕਿ ਆਪਣੀ ਮੌਤ ਨਹੀਂ ਆ ਰਹੀ। ਹਾਂਜੀ ਬੰਦ ਕਰ ਦਿਓ ਜੀ। ਹੁਣ ਤੁਸੀਂ ਮਾਈਕ ਖੋਲ ਲਿਆ ਆਪਣਾ, ਕੈਮਰਾ ਵੀ ਬੰਦ ਕਰ ਦਿਓ, ਮਾਈਕ ਵੀ। ਹਾਂ ਹੁਣ ਠੀਕ ਹੈ। ਜਿਹਵਾ ਸਵਾਦ ਲੋਭ ਮਤ ਮਾਤੋ ਉਪਜੇ ਅਨਕ ਵਿਕਾਰਾ। ਕਹਿੰਦੇ ਇਹਦੇ ਨਾਲ ਵਿਕਾਰ ਪੈਦਾ ਹੁੰਦੇ ਆ, ਇਹਦੇ ਨਾਲ ਵਿਕਾਰ ਪੈਦਾ ਹੁੰਦੇ ਆ, ਅਨੇਕਾਂ ਹੀ ਵਿਕਾਰ ਪੈਦਾ ਹੁੰਦੇ ਇਹਦੇ ਨਾਲ, ਇਹ ਸਵਾਦਾਂ ਦੇ ਨਾਲ। ਜਸਵਿੰਦਰ ਜੀ ਤੁਸੀਂ ਹੁਣ ਪੰਜਾ ਖੋਲ ਲਿਆ, ਉਹ ਹੱਥ, ਹਾਂ ਬਸ ਠੀਕ ਹੈ। ਹੁਣ ਨਾ ਕੁਛ ਕਰ, ਫਿਰ ਖੋਲ ਲਿਆ ਤੁਸੀਂ, ਫਿਰ ਦੁਬਾਰਾ ਖੋਲ ਗਿਆ, ਫਿਰ ਉਹਦੇ 'ਤੇ ਹੱਥ ਰੱਖੋ। ਹਾਂ ਹੁਣ ਨਾ ਕੁਛ ਕਰਿਓ ਪਲੀਜ਼, ਤੁਹਾਡੀ ਵਜ੍ਹਾ ਨਾਲ ਥੋੜ੍ਹਾ ਜਿਹਾ ਟਾਈਮ ਚਲਾ ਗਿਆ। ਜਿਹਵਾ ਸਵਾਦ ਲੋਭ ਮਦ ਮਾਤੋ ਉਪਜੇ ਅਨਕ ਵਿਕਾਰਾ। ਬਹੁਤ ਜੋਨ ਭਰਮਤ ਦੁੱਖ ਪਾਇਆ ਹਉਮੈ ਬੰਧਨ ਕੇ ਭਾਰਾ। ਬਸ ਇਹ ਵਿਕਾਰ ਪੈਦਾ ਹੁੰਦੇ ਆ ਅਤੇ ਰੋਗ ਪੈਦਾ ਹੁੰਦੇ ਆ। ਔਰ ਇਹਦੇ ਨਾਲ ਕੀ ਹੁੰਦਾ ਹੈ ਕਿ ਆਪਣੀ ਮਨੁੱਖ ਜਿਹੜੀ ਜਰਨੀ ਹੈਗੀ, ਇਹ ਜੂਨ ਪਾਈ ਹੋਈ, ਇਹ ਜਿਹੜੀ ਸਵਾਦਾਂ ਦੇ ਵਿੱਚ, ਵਿਕਾਰਾਂ ਦੇ ਵਿੱਚ ਹੀ ਨਸ਼ਟ ਹੋ ਕੇ ਰਹਿ ਜਾਂਦੀ ਹੈ। ਇਹ ਆਪਾਂ ਨੇ ਇਹਨੂੰ ਵੇਸਟ ਕਰ ਦਿੱਤਾ। ਆਪਾਂ ਨੇ ਸਵਾਦਾਂ ਨੂੰ ਪ੍ਰਾਇਰਟੀ ਦਿੱਤੀ। ਹੁਣ ਜਿਹੜੇ ਇਨਸਾਨ ਨੇ ਜਿਹੜਾ ਹੈਗਾ ਇਹ ਮੀਟ ਮੱਛੀ ਜਿਹੜੇ ਹੈਗੇ ਹੋਰ ਜਿਹੜੇ ਦੁਨੀਆ ਦੇ ਹੋਰ ਸਵਾਦ ਲਏ ਆ। ਫਿਰ ਮਾਲਕ ਕਹਿੰਦਾ ਕਿ ਦੇਖ ਤੂੰ ਮੇਰਾ ਬੱਚਾ ਹੈਗਾ ਆ ਅਤੇ ਤੂੰ ਆਹ ਚੀਜ਼ ਦੀ ਪਸੰਦ, ਆਹ ਚੀਜ਼ ਤੇਰੀ ਪ੍ਰਾਇਰਟੀ ਰਹੀ ਹੈ ਅਤੇ ਇਹ ਜੂਨ ਦੇ ਵਿੱਚ ਜਾ, ਤੂੰ ਇਹੀ ਸਵਾਦ ਲੈ ਪਹਿਲਾਂ। ਇਹਨੂੰ ਆਪਣੀ ਇਹ ਆਪਣੀ ਤੇਰੀ ਜਿਹੜੀ ਹੈ ਇਹ ਤ੍ਰਿਸ਼ਨਾ ਜਿਹੜੀ ਹੈਗੀ ਇਹਨੂੰ ਮਿਟਾ ਲਾ ਪਹਿਲਾਂ। ਇਸ ਕਰਕੇ ਜੂਨਾਂ ਮਿਲਦੀਆਂ ਆ ਹੈਗੀ ਉਹਦੇ ਧਰਮਰਾਜ ਦੀ ਜਿਹੜੀ ਹੈਗੀ, ਜਿਸ ਦੇ ਨਾਲ ਜਿਹੜਾ ਹੈਗਾ ਜੂਨਾਂ ਇਸ ਤਰੀਕੇ ਦੇ ਨਾਲ ਦਿੰਦਾ ਹੈ। ਉਹ ਇਹ ਕਾਰਨਸ਼ੀਲ ਸੀਗਾ ਆਪਣਾ, ਕਿਉਂਕਿ ਆਹ ਚੀਜ਼ ਆਪਣੀ ਡਿਮਾਂਡ ਸੀਗੀ। ਫਿਰ ਡਿਮਾਂਡ ਦੀ ਪੂਰਤੀ ਕਹਿੰਦੇ ਸਾਰਾ ਜੀਵਨ ਤੂੰ ਇਸੇ ਕੰਮ 'ਚ ਲਾ, ਪੂਰਾ ਲਾ, ਬਸ ਐਸ਼ ਕਰ। ਕਿਉਂਕਿ ਇਹਦੇ ਵਾਸਤੇ ਤੂੰ ਤਾਂ ਇਹਦੇ ਵਾਸਤੇ ਜੀਵਨ ਲਗਾਇਆ। ਮਨੁੱਖੀ ਜੂਨ ਜਿਹੜੀ ਇੰਨੀ ਕੀਮਤੀ ਹੈ। ਰੈਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ, ਹੀਰਾ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਤੂੰ ਤਾਂ ਕੌਡੀ ਦੇ ਭਾਅ ਵੇਚਦਾ ਪਿਆਰਿਆ ਇਹ ਸਵਾਦ ਦੇ ਵਿੱਚ। ਤੂੰ ਇਸ ਪਾਸੇ ਤੁਰ, ਹੁਣ ਲੈ ਫਿਰ ਇਹਦਾ ਸਵਾਦ ਲੈ ਲਾ, ਫਿਰ ਆਈ ਤੂੰ ਵਾਪਸ। ਜਿਹਵਾ ਸਵਾਦ ਲੋਭ ਮਦ ਮਾਤੋ ਉਪਜੇ ਅਨਕ ਵਿਕਾਰਾ। ਬਹੁਤ ਜੋਨ ਭਰਮਤ ਦੁੱਖ ਪਾਇਆ ਹਉਮੈ ਬੰਧਨ ਕੇ ਭਾਰਾ। ਬਸ ਇਹ ਅੱਗੇ ਆਪਾਂ ਵਾਪਸ ਜਿਹੜਾ ਹੈਗਾ ਉਸੇ 'ਤੇ ਆਉਂਦੇ ਹਾਂ। ਔਰ ਮਹਾਰਾਜ ਦੀ ਬਾਣੀ ਕਹਿੰਦੀ ਹੈ, ਇਹ ਪੰਜਵੀਂ ਪਾਤਸ਼ਾਹੀ ਕਹਿੰਦੇ ਜੋ ਦਿਸੈ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਕਹਿੰਦੇ ਜਿਹੜਾ ਵੀ ਦਿਸਦਾ ਹੈ ਮੈਨੂੰ ਇਹ ਸਵਾਦਾਂ ਦੇ ਵਿੱਚ, ਇਹ ਰੋਗਾਂ ਦੇ ਵਿੱਚ ਹੀ ਫਸਿਆ ਪਿਆ ਹੈ। ਔਰ ਰੋਗ ਰਹਿਤ ਜਿਹੜਾ ਹੈਗਾ ਉਹ ਮੇਰਾ ਸਤਿਗੁਰ ਹੈ, ਜੋਗੀ ਹੈ। ਉਹਨੇ ਜੋਗ ਕਰ ਦੇਣਾ। ਜਿਹੜਾ ਸਤਿਗੁਰੂ ਨੂੰ ਮਿਲੂਗਾ, ਆਵਗੁਣ ਵੇਚੂਗਾ, ਆਪਣੇ ਗੁਣਾਂ ਦੇ ਵਿੱਚ ਰਹੂਗਾ, ਉਹ ਵੀ ਰੋਗ ਰਹਿਤ ਹੋ ਜਾਏਗਾ। ਰੋਗ ਕੀ ਹੈਗੇ? ਆਹ ਸਵਾਦ ਹੀ ਤਾਂ ਰੋਗ ਹੈਗੇ। ਹਉਮੈ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਗਲ ਬਸ ਲੀਨਾ,
दृष्ट रोग पच मुए पतंगा, नाद रोग खप गए को कुरंगा। जो जो दिसे सो सो रोगी, रोग रहत मेरा सतगुर जोगी। ਜਿਹਵਾ ਰੋਗ ਮੀਨ ਗ੍ਰਸਿਆਨੋ, ਮੱਛੀ ਫੜੀ ਜਾਂਦੀ ਜੀਭ ਦੇ ਨਾਲ। ਬਾਸਨ ਰੋਗ ਭਵਰ ਬਿਨਸਾਨੋ, ਬਾਸਨਾ ਦਾ ਰੋਗ ਜਿਹੜਾ, ਸੁੰਘਣ ਦਾ ਰੋਗ ਜਿਹੜਾ ਭਵਰਾ ਬਿਨਸ ਜਾਂਦਾ ਹੈ ਉਹਦੇ ਨਾਲ। ਹੇਤ ਰੋਗ ਕਾ ਸਗਲ ਸੰਸਾਰਾ, ਸਾਰਾ ਸੰਸਾਰ ਜਿਹੜਾ ਹੈਗਾ ਮੋਹ ਦੇ ਵਿੱਚ ਫਸਿਆ ਪਿਆ ਹੈ। ਤ੍ਰਿਵਿਧ ਰੋਗ ਮੇ ਬਦੇ ਵਿਕਾਰਾ, ਇਹਦੇ ਵਿੱਚ ਜਿਹੜੇ ਵਿਕਾਰ ਜਿਹੜੇ ਹੈਗੇ, ਵਿਕਾਰਾਂ ਨੇ ਬੰਨਿਆ ਹੋਇਆ। ਆ ਤ੍ਰਿਗੁਣੀ ਮਾਇਆ ਇਹਨੂੰ ਕਹਿੰਦੇ ਆ। ਇਹ ਸਾਰਾ ਜਿਹੜਾ ਹੈਗਾ ਸਵਾਦ ਰਸ ਕਸ ਮਾਫ ਕਰਨਾ ਜੀ, ਇਹਦੇ ਵਿੱਚ ਵਿਕਾਰਾਂ ਦੇ ਵਿੱਚ ਆਪਾਂ ਬੰਨੇ ਪਏ ਹਾਂ। ਤ੍ਰਿਗਿਧ ਰੋਗ ਮੇ ਬਦੇ ਵਿਕਾਰ, ਆਪਾਂ ਬੰਨੇ ਪਏ ਹਾਂ ਇਹਨਾਂ ਦੇ ਵਿੱਚ। ਆਹੀ ਛੁਟਾਉਣਾ ਹੈ। ਸਤਿਗੁਰ ਪੁਰਖ ਮਿਲਾਏ ਅਵਗੁਣ ਵਿਕਣਾ, ਗੁਣ ਰਵਾਂ ਬਲਰਾਮ ਜੀਓ। ਵਾਪਸ ਅਸੀਂ ਉੱਥੇ ਆ ਰਹੇ ਹੁਣ। ਅਸੀਂ ਦੂਸਰਾ ਬੰਦ ਕੀਤਾ ਸੀਗਾ, ਗੁਰ ਪ੍ਰਸਾਦੀ ਬ੍ਰਹਮ ਪਛਾਤਾ, ਨਾਨਕ ਗੁਣੀ ਗਹੀਰਾ। 773 ਅੰਗ ਦੇ ਉੱਤੇ ਹੈਗੇ ਹਾਂ ਅਸੀਂ। ਇਹ ਕਾਰਵਾਈ ਜਿਹੜੀ ਹੈਗੀ ਸਿਰਫ ਜਿਹੜਾ ਹੈਗਾ ਧਿਆਨ ਸਿਮਰਨ ਤੇ ਗੁਰੂ ਦੀ ਮੱਤ ਨੂੰ ਜਿਹੜਾ ਹੈਗਾ ਚਾਵਣਾ। ਗੁਰੂ ਦੀ ਮੱਤ ਵਿਚਾਰਨੀ, ਗੁਰੂ ਦੀ ਮੱਤ ਨੂੰ ਜਿਹੜਾ ਹੈਗਾ ਉਹਦੇ ਚੋਂ ਜਿਹੜੀ ਹੈਗੀ ਆ ਸੋਝੀ ਲੈਣੀ। ਤੀਸਰਾ ਬੰਦ ਆ ਗਿਆ, ਮਨ ਮੁਖੇ ਵਿਛੜੀ ਦੂਰ, ਮਹਿਲ ਨਾ ਪਾਏ ਬਲ ਗਈ ਬਲਰਾਮ ਜੀਓ। ਲਓ, ਮਨਮੁਖ ਜਿਹੜੇ ਹੈਗੇ ਆਪਾਂ ਮਨ ਦੇ ਪਿੱਛੇ ਆ, ਫਿਰ ਨਹੀਂ ਛੱਡਣਾ ਚਾਹੁੰਦੇ। ਕਹਿੰਦੇ ਫਿਰ ਪਿਆਰਿਆ, ਜੇ ਤੂੰ ਮਨਮੁਖ ਵਿਛੜੀ ਦੂਰ, ਫਿਰ ਤਾਂ ਦੂਰ ਆ, ਫਿਰ ਮਹਿਲ ਨਹੀਂ ਪਾ ਸਕਦੀ। ਤੇਰਾ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੇ ਨਾਲ ਤੇਰਾ ਆਨੰਦ ਕਾਰਜ ਨਹੀਂ ਹੋ ਸਕਦਾ, ਤੇਰੇ ਫੇਰੇ ਨਹੀਂ ਦਿੱਤੇ ਜਾ ਸਕਦੇ। ਮਨਮੁਖੇ ਵਿਛੜੀ ਦੂਰ, ਮਹਿਲ ਨਾ ਪਾਏ ਬਲ ਗਈ ਬਲਰਾਮ ਜੀਓ। ਜੀਵਨ ਸੜ ਗਿਆ, ਇਸ ਤਰ੍ਹਾਂ ਹੀ ਅਜਾਈ ਚਲਾ ਗਿਆ, ਅਨਵਿਆਹੇ ਚਲੀ ਗਈ। ਮਨਮੁਖੇ ਵਿਛੜੀ ਦੂਰ, ਮਹਿਲ ਨਾ ਪਾਏ ਬਲ ਗਈ ਬਲਰਾਮ ਜੀਓ। ਕਿਉਂ? ਅੰਤਰ ਮਮਤਾ ਕੂੜ ਵਿਆਜੇ, ਕੂੜ ਲਈ ਬਲਰਾਮ ਜੀਓ। ਕਹਿੰਦੇ ਅੰਦਰ ਮਮਤਾ ਹੈ, ਇਹ ਸਵਾਦਾਂ ਦੀ, ਅਟੈਚਮੈਂਟ ਦੀ, ਸਾਰੀ ਝੂਠ ਦੀ, ਕੂੜ ਦੀ। ਇਹ ਕੂੜ ਆ, ਇਹ ਸੱਚ ਨਹੀਂ ਹੈਗਾ। ਕੂੜ, ਕੂੜਾ ਕਰਕਟ। ਦੇਖੋ ਕੂੜ ਕਹਿ ਰਹੀ ਹੈ ਬਾਣੀ। ਅੰਤਰ ਮਮਤਾ ਕੂੜ ਵਿਆਜੇ, ਕਹਿੰਦੇ ਕੂੜ ਨੂੰ ਹੀ ਇਕੱਠਾ ਕਰ ਰਹੀ ਸੀ ਉਹ ਕਹਿੰਦੀ ਮੈਨੂੰ ਤਾਂ ਆਹੀ ਸਵਾਦ ਚਾਹੀਦੇ, ਆਹੀ ਕੂੜਾ ਹੀ ਚਾਹੀਦਾ ਮੈਨੂੰ। ਕੂੜ ਲਈ ਬਲਰਾਮ ਜੀ, ਕੂੜ ਨੇ ਉਹਨੂੰ ਗਰਸ ਲਿਆ। ਫਿਰ ਕੂੜ ਨੇ ਗਰਸ ਲਿਆ ਔਰ ਗਾਹਾਂ ਫਿਰ ਜੂਨਾ ਤਿਆਰ ਹੋ ਗਈਆਂ। ਅੰਤਰ ਮਮਤਾ ਕੂੜ ਵਿਆਜੇ, ਕੂੜ ਲਈ ਬਲਰਾਮ ਜੀਓ। ਕੂੜ ਕਪਟ ਕਮਾਵੇ, ਮਹਾ ਦੁੱਖ ਪਾਵੇ। ਕਹਿੰਦੇ ਕਪਟ, ਛਲ ਕਪਟ, ਧੋਖੇ ਦੇ ਨਾਲ, ਟਰੈਪ, ਦੂਸਰੇ ਦੇ ਨਾਲ ਜਿਹੜਾ ਹੈਗਾ ਤਸੱਦਦ ਕਰਕੇ ਜਿਹੜਾ ਹੈਗਾ ਇਹ ਕੂੜ ਕਮਾਉਂਦੀ ਆ। ਕੂੜ ਕਪਟ ਕਮਾਵੇ, ਮਹਾ ਦੁੱਖ ਪਾਵੇ। ਕਹਿੰਦੇ ਫਿਰ ਜਿਹੜਾ ਹੈਗਾ ਮੌਤ ਮਹਾ ਦੁੱਖ ਪਾਉਂਦੀ ਹੈ, ਜੂਨਾਂ ਦੇ ਵਿੱਚ ਜਾਂਦੀ ਹੈ। ਵਿਣ ਸਤਿਗੁਰ ਮੱਗ ਨਾ ਪਾਇਆ, ਗੁਰੂ ਦੀ ਗੱਲ ਮੰਨੀ ਨਹੀਂ। ਬਸ ਕਹਿੰਦੇ ਨਹੀਂ ਰਸਤਾ ਮਿਲਦਾ ਭਾਈ, ਨਹੀਂ ਰਸਤਾ ਮਿਲਦਾ। ਆਪਾਂ ਤਾਂ ਕਹਿੰਦੇ ਦੇ ਬਾਈ ਬਿੱਲੀ ਹੁਣ ਆਈ ਆ, ਬਿੱਲੀ ਨੂੰ ਦੇਖ ਕੇ ਜਿਹੜਾ ਹੈਗਾ ਘੁੱਗੀ ਕਹੇ ਵੀ ਬਸ ਲੈ ਹੁਣ ਤੂੰ ਮੈਨੂੰ ਕਿਵੇਂ ਫੜ ਸਕਦੀ ਆ, ਲੈ ਮੈਂ ਅੱਖਾਂ ਮੀਟ ਲਈਆਂ, ਅੱਗੇ ਚਲੋ ਜੀ। ਕੂੜ ਕਪਟ ਕਮਾਵੇ, ਮਹਾ ਦੁੱਖ ਪਾਵੇ, ਵਿਣ ਸਤਿਗੁਰ ਮੱਗ ਨਾ ਪਾਇਆ। ਕਹਿੰਦੇ ਰਸਤਾ ਹੀ ਨਹੀਂ ਲਿਆ ਪਾਏ, ਗੁਰੂ ਦੀ ਮੱਤ ਲਈ ਨਹੀਂ। ਮੱਗ ਕਹਿੰਦੇ ਰਸਤਾ ਨੂੰ, ਮਾਰਗ। ਕੂੜ ਕਪਟ ਕਮਾਵੇ, ਮਹਾ ਦੁੱਖ ਪਾਵੇ, ਵਿਣ ਸਤਿਗੁਰ ਮੱਗ ਨਾ ਪਾਇਆ। ਉੱਜੜ ਪੰਥ ਭਰਮੇ ਗਵਾਰੀ, ਭ੍ਰਮੈ ਗਵਾਰੀ। ਕਹਿੰਦੇ ਇਹ ਤਾਂ ਗਵਾਰਿਆ ਭਾਈ, ਉਹ ਜਿਹੜੇ ਪਈ ਹੋਈ ਆ, ਗਲਤ ਰਸਤੇ ਤੇ ਹੈਗੀ। ਉੱਜੜ ਪੰਥ ਭਰਮੇ ਗਵਾਰੀ, ਬਿਨ ਖਿਨ ਧੱਕੇ ਖਾਇਆ। ਕਹਿੰਦੇ ਖਿਨ ਜਿਹੜੇ ਹੈਗੇ ਧੱਕੇ ਖਾਊਗੀ, ਖਾ ਰਹੀ ਹੈ। ਆਪੇ ਦਇਆ ਕਰੇ ਪ੍ਰਭ ਦਾਤਾ, ਸਤਿਗੁਰ ਪੁਰਖ ਮਿਲਾਏ। ਮਾਲਕ ਮਿਹਰ ਕਰ ਦਿੰਦਾ ਹੈ, ਸਤਿਗੁਰੂ
ਪੁਰਖ ਮਿਲਾ ਦਿੰਦਾ ਹੈ। ਸਤਿਗੁਰੂ ਦੀ ਗੱਲ ਸਤਿਗੁਰੂ ਪੁਰਖ ਮਿਲਾਏ ਦਾ ਕੀ ਮਤਲਬ ਆ? ਬਈ ਗੁਰੂ ਦੀ ਗੱਲ ਮੰਨ ਲਈ ਉਹਨੇ, ਅਵਗੁਣ ਛੱਡਣ ਦੇ ਵਾਸਤੇ ਤਿਆਰ ਹੋ ਗਈ। ਐਸ 'ਤੇ ਵਰਕਆਊਟ ਕਰਨੀ ਸ਼ੁਰੂ ਕਰਤੀ। ਮਨ ਜਿਹੜਾ ਪਤੰਦਰ ਨਹੀਂ ਮੰਨਦਾ ਸੀਗਾ, ਧਿਆਨ ਸਿਮਰਨ ਕਰ ਕਰਕੇ ਜਿਹੜਾ ਹੈਗਾ ਮਨ ਦੇ ਅੰਦਰ ਪਾਵਰ ਆ ਗਈ, ਔਰ ਜਿਹੜਾ ਹੈਗਾ ਇਹ ਅਵਗੁਣ ਜਿਹੜੇ ਹੈਗੇ ਛੱਡਣੇ ਸ਼ੁਰੂ ਕਰਤੇ। ਸਤਿਗੁਰੂ ਪੁਰਖ ਮਿਲਾਏ। ਹੁਣ ਦੇਖੋ ਖਾਲ ਦੇ ਵਿੱਚ ਪਾਣੀ ਆ ਰਿਹਾ ਹੈ, ਜੇ ਜ਼ਮੀਂਦਾਰ ਜਿਹੜੇ ਹੈਗੇ ਦੇਖੋ ਖਾਲ 'ਚ ਪਾਣੀ ਆ ਰਿਹਾ, ਔਰ ਰਸਤੇ 'ਚ ਖੁੱਡਾਂ ਪਈਆਂ ਹੋਈਆਂ, ਔਰ ਪਾਣੀ ਜਿਹੜਾ ਹੈਗਾ ਇੱਧਰ ਦੂਜੇ ਦੇ ਖੇਤਾਂ 'ਚ ਹੀ ਘੁਸੀ ਜਾ ਰਿਹਾ ਹੈ, ਇੱਧਰ ਉੱਧਰ ਜਾ ਰਿਹਾ, ਤੇ ਐਂਡ 'ਤੇ ਜਿੱਥੇ ਖਾਲ ਜਿਹੜਾ ਹੈਗਾ ਲਾਇਆ ਹੋਇਆ, ਜਿਹੜੇ ਖੇਤ 'ਚ ਪਾਣੀ ਲਾਇਆ ਉੱਥੇ ਪਾਣੀ ਪਹੁੰਚ ਜਾਊਗਾ। ਆਹ ਸਵਾਦ ਜਿਹੜੇ ਹੈਗੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਸਾਰੇ ਜਿਹੜੇ ਹੈਗੇ ਪੰਜਾਂ ਇੰਦਰੀਆਂ ਦੇ ਸਵਾਦ, ਜਿਹੜੇ ਗਿਆਨ ਇੰਦਰੀਆਂ ਦੇ ਸਵਾਦ, ਇਹ ਜਿਹੜੀਆਂ ਖੁੱਡਾਂ ਹੈਗੀਆਂ। ਉੱਥੇ ਤਾਂ ਇੱਕ ਬੂੰਦ ਵੀ ਨਹੀਂ ਜਾਣੀ। ਆਖਰੀ ਤੇ ਸਾਡੀ ਜ਼ਮੀਨ ਜਿਹੜੀ ਹੈ ਨਾ ਬਹੁਤ ਦੂਰ ਸੀਗੀ, ਤੇ ਪਾਣੀ ਦੀ ਵਾਰੀ ਨਹਿਰ ਦੀ ਆਉਂਦੀ ਸੀ, ਸਾਡੇ ਤਾਂ ਪਹੁੰਚਦਾ ਹੀ ਨਹੀਂ ਸੀ, ਅਸੀਂ ਤਾਂ ਛੱਡ ਦਿੰਦੇ ਸੀ ਭਾਈ, ਅਸੀਂ ਤਾਂ ਦੂਜੇ ਨੂੰ ਹੀ ਦੇ ਦਿੰਦੇ ਸੀ, ਜਿਹਦੇ ਨੇੜੇ ਜਿਹੜਾ ਹੈਗਾ, ਕੱਸੀ ਦੇ ਨੇੜੇ ਹੈਗਾ। ਉਜੜ ਪੰਥ ਭਰਮੇ ਗਵਾਰੀ, ਖਿਨ ਧੱਕੇ ਖਾਇਆ। ਕਹਿੰਦੇ ਖਿਨ ਜਿਹੜਾ ਹੈਗਾ ਧੱਕੇ ਖਾਂਦੇ, ਖਿਨ ਧੱਕੇ ਖਾਂਦੇ। ਆਪੇ ਦਇਆ ਕਰੇ ਪ੍ਰਭ ਦਾਤਾ, ਸਤਿਗੁਰ ਪੁਰਖ ਮਿਲਾਏ, ਜਨਮ ਕੇ ਵਿਛੜੇ ਜਨ ਮੇਲੇ, ਨਾਨਕ ਸਹਿਜ ਸੁਭਾਏ। ਕਹਿੰਦੇ ਉਹ ਮਾਲਕ ਪਰਮਾਤਮਾ ਦਇਆਵਾਨ ਹੈਗਾ, ਉਹਦੇ ਅੱਗੇ ਠਹਿਪ ਹੈ, ਉਹਨੇ ਗੁਰੂ ਨੂੰ ਮਿਲਾ ਦੇਣਾ ਹੈ, ਸਤਿਗੁਰ ਪੁਰਖ ਨੂੰ ਮਿਲਾ ਦੇਣਾ ਹੈ। ਪੁਰਖ ਕਿਉਂ ਲਿਖਿਆ? ਪੁਰਖ ਕਿਉਂਕਿ ਉਹ ਯਾਤਰਾ ਕਰ ਚੁੱਕੇ ਹੈ। ਉਹ ਇਹ ਸਾਰੀ ਜਿਹੜੇ ਅਵਗੁਣਾਂ ਨੂੰ ਜਿੱਤ ਲਿਆ ਉਹਨਾਂ ਨੇ, ਅਵਗੁਣ ਛੱਡ ਦਿੱਤੇ, ਗੁਣ ਹੀ ਗੁਣ ਆ ਉਹਨਾਂ ਦੇ ਵਿੱਚ, ਤਾਂ ਉਹ ਜਿਹੜੇ ਹੈਗੇ ਉਹਨਾਂ ਦਾ ਗਿਆਨ ਹੈਗਾ ਭਾਈ। ਜਨਮ ਕੇ ਵਿਛੜੇ ਜਨ ਮੇਲੇ, ਨਾਨਕ ਸਹਿਜ ਸੁਭਾਏ। ਕਹਿੰਦੇ ਜਨਮਾਂ ਤੋਂ, ਕਰੋੜਾਂ ਜਨਮਾਂ ਤੋਂ ਵਿਛੜੇ ਹੋਏ ਜਨਾਂ ਨੂੰ ਸਤਿਗੁਰ ਪੁਰਖ ਮਿਲਾ ਦਿੰਦਾ ਹੈ, ਜਿਹੜੇ ਮਨੁੱਖੀ ਜੀਵਨ 'ਚ ਆਉਂਦੇ। ਸਹਿਜ ਸੁਭਾਏ, ਸਹਿਜ ਦੇ ਨਾਲ ਜਿਹੜਾ ਹੈਗਾ ਨਾਨਕ ਸਤਿਗੁਰ ਭੇਟੀਏ, ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ, ਵਿੱਚੇ ਹੋਵੇ ਮੁਕਤ। ਸਹਿਜ ਸੁਭਾਏ, ਜਨਮ ਕੇ ਵਿਛੜੇ ਜਨ ਮੇਲੇ, ਨਾਨਕ ਸਹਿਜ ਸੁਭਾਏ। ਚੌਥਾ ਬੰਦ ਆ ਗਿਆ, ਆਇਆ ਲਗਨ ਗਣਾਏ। ਬਸ ਜਿਹੜੀ ਸਤਿਗੁਰੂ ਪੁਰਖ ਦੇ ਅਨੁਸਾਰ ਚੱਲ ਰਹੀ ਹੈ, ਅਵਗੁਣ ਛੱਡ ਰਹੀ ਹੈ, ਗੁਣ ਲਈ ਜਾ ਰਹੀ ਹੈ, ਉਹਦਾ ਆ ਗਿਆ ਲਗਨ ਪਾਈ। ਗਿਣਤੀ ਮਿਣਤੀ ਹੋ ਗਈ, ਉਹਦੀ ਕੈਲਕੂਲੇਸ਼ਨ ਹੋ ਗਈ, ਮਿਲਾਪ ਦੀ ਮਾਲਕ ਪਰਮਾਤਮਾ ਦੇ ਨਾਲ ਫੇਰੇ ਲੈਣ ਦਾ ਟਾਈਮ ਆ ਗਿਆ। ਆਇਆ ਲਗਨ ਗਣਾਏ, ਹਿਰਦੈ ਤਨ ਉਮਾਹੀਆ ਬਲਰਾਮ ਜੀਓ। ਉਹ ਤਾਂ ਹਿਰਦੇ ਦੇ ਵਿੱਚ ਇੰਨੀ ਖੁਸ਼ੀ, ਇੰਨਾ ਖੇੜਾ ਉਹਦੇ ਅੰਦਰ ਮਿਲਾਪ ਦਾ, ਮਾਲਕ ਪਰਮਾਤਮਾ ਨੂੰ ਮਿਲਣ ਦਾ, ਉਹਦੇ ਅੰਦਰ ਧੁਨ ਪੈਦਾ ਹੋ ਜਾਂਦੀ ਹੈ। ਪੱਖੀ ਜਿਹੜੀ ਹੈਗੀ ਆ ਧੁਨ, ਕਹਿੰਦੇ ਧੁਨ ਬਈ, ਕਹਿੰਦੇ ਇਹ ਤਾਂ ਇੱਕੋ ਹੀ ਧੁਨ ਆ ਇਹਦੇ, ਪਈ ਆਹੀ ਚੀਜ਼, ਬਸ ਸਾਰਾ ਕੁਛ ਉਹਨੇ ਛੱਡਤਾ। ਕਹਿੰਦੇ ਇਹ ਤਾਂ ਪੱਕਾ ਇੱਕ ਧੁਨ ਇਹਦੇ ਅੰਦਰ, ਬਸ ਆਹੀ ਇੱਕੋ ਚੀਜ਼ ਇਹਦੇ ਅੰਦਰ ਹੈਗੀ, ਇਹਨੂੰ ਕਹਿੰਦੇ ਧੁਨ, ਆਪਣੀ ਧੁਨ ਦਾ ਪੱਕਾ। ਆਇਆ ਲਗਨ ਗਣਾਏ, ਹਿਰਦੇ ਤਨ ਉਮਾਹੀਆ ਬਲਰਾਮ ਜੀਓ। ਉਮਾਹੀ ਕਹਿੰਦੇ ਖੁਸ਼ੀ। ਪੰਡਿਤ ਪਾਂਦੇ ਆਣ ਪੱਤੀ ਬਹਿ ਵਚਾਈਆ ਬਲਰਾਮ ਜੀਓ। ਆ ਲਓ ਸਤਿਗੁਰ ਪੁਰਖ, ਇਹ ਪੰਡਿਤ ਆ, ਪਾਂਦਾ ਹੈ, ਟੀਚਰ ਹੈਗਾ। ਪੱਤਰੀ ਵਚਾਤੀ, ਆ ਕੇ ਕੱਢਤਾ ਲਗਨ, ਸਾਹਾ ਨਿਰਧਾਰਿਤ ਕਰਤਾ ਬਈ ਇੱਦਣ ਤੇਰਾ ਵਿਆਹ ਹੋਣਾ ਹੈ ਭਾਈ, ਹੁਣ ਨਹੀਂ ਤੂੰ ਜਿਹੜਾ ਹੈਗਾ ਮੋਟਰਸਾਈਕਲ ਜਾਂ ਬਾਹਰ ਨਹੀਂ ਜਾਣਾ। ਬੰਨ੍ਹਤਾ ਹੱਥ ਦੇ ਉੱਤੇ ਜਿਹੜਾ ਹੈਗਾ ਕਾਲਾ ਧਾਗਾ। ਹੁਣ ਜਿਹੜਾ ਹੈਗਾ ਤੂੰ ਬਸ ਆਹ ਕੰਮ ਕਰ, ਆਪਣੇ ਪਤੀ ਨੂੰ ਯਾਦ ਕਰ। ਕੀ ਕਰਦਾ ਹੈ ਕੁੜੀ ਜਿਹੜੀ ਹੈ ਜਾਂ ਮੁੰਡਾ? ਜ਼ਿਆਦਾ ਨਹੀਂ ਜਾਂਦੇ ਇੱਧਰ ਉੱਧਰ। ਪੰਡਿਤ ਪਾਂਦੇ ਆਣ ਪੱਤੀ ਬਹਿ ਬਚਾਈਆ ਬਲਰਾਮ ਜੀਓ। ਪੱਤੀ ਵਚਾਈ ਮਨ ਵਜੀ ਵਧਾਈ, ਜਬ ਸਾਜਨ ਸੁਣੇ ਘਰ ਆਏ। ਵਾਹ ਬਈ ਵਾਹ, ਪਤਾ ਲੱਗ ਗਿਆ ਵੀ ਮੇਰੇ ਸੱਜਣ ਨੇ, ਮੇਰੇ ਪਤੀ ਨੇ ਮੈਨੂੰ ਇਸ ਦਿਨ ਆਉਣਾ ਮੇਰੇ ਘਰ ਦੇ ਵਿੱਚ। ਮਨ ਦੇ ਵਿੱਚ ਵਧਾਈ ਆ ਗਈ, ਖੁਸ਼ੀ ਖੇੜਾ ਆ ਗਿਆ, ਵਧਾਈਆਂ ਹੋਣ ਲੱਗ ਪਈਆਂ। ਗੁਣੀ ਗਿਆਨੀ ਵਹਿ ਮਤਾ ਪਕਾਇਆ, ਫੇਰੇ ਤਤ ਦਿਵਾਏ। ਔਰ ਗੁਣੀ ਗਿਆਨੀ ਜਿਹੜੇ ਹੈਗੇ, ਜਿਹੜੇ ਯਾਤਰਾ 'ਤੇ ਹੈਗੇ, ਉਹ
ਉਹ ਸਾਰੇ ਜਿਹੜੇ ਹੈਗੇ ਮਤਾ ਜਿਹੜਾ ਹੈਗਾ ਬਈ ਟਾਈਮ ਆ ਗਿਆ ਇਹਦਾ ਫੇਰੇ ਦਾ ਟਾਈਮ, ਔਰ ਫੇਰੇ ਜਿਹੜੇ ਹੈਗੇ ਤਤਕਾਲ ਜਿਹੜੇ ਹੈਗੇ ਫੇਰੇ ਹੋ ਜਾਂਦੇ ਆ ਜਿਨ੍ਹਾਂ ਨੇ ਗੁਣ ਲਏ ਹੋਏ, ਜਿਨ੍ਹਾਂ ਕੋਲ ਗਿਆਨ ਹੈਗਾ। ਗੁਰੂ ਹੈ, ਬ੍ਰਹਮ ਗਿਆਨੀ ਹੈਗੇ, ਆ ਸਤਿਗੁਰੂ ਪੁਰਖ ਮਿਲਾਏ ਵੇ ਗੁਣੀ। ਇਸ ਤੋਂ ਵੱਡਾ ਗੁਣੀ ਗਿਆਨੀ ਕੌਣ ਹੈ? ਵਰ ਪਾਇਆ ਪੁਰਖ ਅਗਮ ਅਗੋਚਰ ਸਦ ਨਵਤਨ ਬਾਲ ਸਖਾਈ। ਕਹਿੰਦੇ ਮਿਲ ਗਿਆ ਉਹ ਮਾਲਕ ਪਰਮਾਤਮਾ ਵਰ, ਆਤਮਾ ਦੇ ਦਰਸ਼ਨ ਹੋ ਗਏ, ਆਤਮਾ 'ਚ ਸੁਰਤ ਲੀਨ ਹੋ ਗਈ, ਜੀਵਨ ਯਾਤਰਾ ਪੂਰੀ ਹੋ ਗਈ, ਸਫਲ ਹੋ ਗਈ। ਵਰ ਪਾਇਆ ਪੁਰਖ ਅਗਮ ਅਗੋਚਰ, ਨਹੀਂ ਗਮਿਆ ਜਾਂਦਾ ਪਾਈ। ਅਗਮ ਦੇਖ ਲਓ, ਹੈ ਕਿਤੇ ਦਿਸਦਾ ਨਾ, ਰੂਪ ਨਾ ਰੇਖ ਨਾ ਰੰਗ, ਕਿਸ ਤ੍ਰੈਗੁਣ ਤੇ ਪ੍ਰਾਪਿਨ। ਅਗੋਚਰ ਜਾਂ ਇੰਦਰੀਆਂ ਦੀ ਪਕੜ ਤੋਂ ਪਰੇ ਹੈਗਾ। ਸਦ ਨਵਤਨ, ਹਮੇਸ਼ਾ ਹੀ ਨਵਾਂ ਰਹਿੰਦਾ ਹੈ। ਬਾਲ ਸਖਾਈ ਹੈ, ਬਚਪਨ ਤੋਂ ਜਿਹੜਾ ਨਾਲ ਆਇਆ ਆ, ਆਪਾਂ ਪ੍ਰਗਟ ਨਹੀਂ ਕਰਦੇ। ਨਾਲ ਹੀ ਆਪਣੀ ਆਤਮਾ ਨਾਲ ਆ ਆਪਣੇ, ਆਤਮਾ ਆਪਾਂ ਪ੍ਰਗਟ ਹੀ ਨਹੀਂ ਕਰਦੇ। ਬਗੈਰ ਆਤਮਾ ਦੇ ਪ੍ਰਗਟ ਆਤਮਾ ਤੱਕ ਸੁਰਤ ਨੂੰ ਲਿਜਾਏ ਜੀਵਨ ਖਤਮ ਹੋ ਜਾਂਦਾ ਹੈ। ਇਹਨੂੰ ਕਹਿੰਦੇ ਬਾਲ ਸਖਾਈ। ਵਰ ਪਾਇਆ ਪੁਰਖ ਅਗਮ ਅਗੋਚਰ ਸਦ ਨਵਤਨ ਬਾਲ ਸਖਾਈ। ਨਾਨਕ ਕਿਰਪਾ ਕਰਕੇ ਮਿਲੇ ਵਿਛੜ ਕਦੇ ਨਾ ਜਾਏ। ਕਿਰਪਾ ਕਰਕੇ ਮਿਲਾਪ ਕਰ ਦਿੱਤਾ, ਮੇਲ ਦਿੱਤਾ, ਕਿਰਪਾ ਕਰਕੇ ਮਿਲਦਾ ਹੈ ਉਹ ਮਾਲਕ ਪਰਮਾਤਮਾ, ਫਿਰ ਨਹੀਂ ਵਿਛੜਦਾ ਪਾਈ, ਕਦੇ ਵੀ ਨਹੀਂ ਵਿਛੜਦਾ, ਕਦੇ ਵੀ ਨਹੀਂ ਵਿਛੜਦਾ, ਸਦਾ ਸੁਹਾਗਵਤੀ। ਨਾਨਕ ਕਿਰਪਾ ਕਰਕੇ ਮਿਲੇ ਵਿਛੜ ਕਦੇ ਨਾ ਜਾਈ। ਇਸ ਤੋਂ ਅੱਗੇ ਜਿਹੜਾ ਹੈਗਾ ਆ ਲਾਵਾਂ ਆ ਗਈਆਂ। ਇਹ ਲਾਵਾਂ ਜਿਹੜੀਆਂ ਹੈਗੀਆਂ, ਇਹ ਜਿਸ ਤਰ੍ਹਾਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਫੇਰੇ ਲੈਂਦੇ ਹਾਂ, ਅੱਗ ਦੇ ਅੱਗੇ ਫੇਰੇ ਲੈਂਦੇ ਹਾਂ, ਉਹ ਲਾਵਾਂ ਨਹੀਂ ਹੈਗੀਆਂ ਭਾਈ। ਇਹ ਲਾਵਾਂ ਜਿਹੜੀਆਂ ਹੈਗੀਆਂ ਆਪਣੀ ਸਾਧਨਾ ਹੈਗੀ ਆ। ਆਪਣਾ ਆਪਾਂ ਜਿਹੜੇ ਗੁਰੂ ਦੀ ਗੱਲ ਮੰਨ ਕੇ, ਔਰ ਆਪਾਂ ਜਿਹੜੇ ਹੈਗੇ ਇਸ ਕੰਮ ਦੇ ਵਿੱਚ ਜਿਹੜਾ ਹੈਗਾ, ਜਿਹੜਾ ਇਨਸਾਨ ਇਸ ਰਸਤੇ 'ਤੇ ਤੁਰਦਾ ਆ, ਆਪਣੇ ਪਰਮਾਤਮਾ ਦੇ ਨਾਲ ਮਿਲਾਪ ਦੇ ਰਸਤੇ 'ਤੇ ਤੁਰਦਾ ਆ, ਔਰ ਉਹ ਰਸਤਾ ਪੂਰਾ ਜਦ ਤੱਕ ਮਿਲਾਪ ਨਹੀਂ ਹੁੰਦਾ, ਉਹਨੂੰ 4 ਲਾਵਾਂ ਦੇ ਵਿੱਚ ਵੰਡਿਆ ਗਿਆ ਹੈ। ਆਹ 4 ਲਾਵਾਂ ਹੈਗੀਆਂ। ਸੂਹੀ ਮਹੱਲਾ ਚੌਥਾ। ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਦੇਖੋ ਸਤਿਗੁਰ ਪੁਰਖ ਮਿਲਾਏ, ਕੀ ਕਿਹਾ ਉਹਨੇ? ਪਹਿਲਾਂ ਕਹਿੰਦੇ ਸਭ ਤੋਂ ਪਹਿਲਾਂ ਆਹ ਪਰਵਿਰਤੀ, ਇਹਦੇ ਵਿੱਚ ਪ੍ਰਵਿਰਤ ਹੋ ਜਾ, ਆਹ ਕੰਮ ਦੇ ਵਿੱਚ ਲੱਗ ਜਾ। ਪ੍ਰਵਿਰਤ ਹੋਣਾ ਜ਼ਿਆਦਾ ਮਤਲਬ ਇਸ ਕੰਮ ਦੇ ਵਿੱਚ ਪ੍ਰਵਿਰਤ ਹੋ ਜਾ ਤੂੰ। ਕਰਮ ਦ੍ਰਿੜਾਇਆ, ਕੋਈ ਐਕਸ਼ਨ ਕਰਮ ਦ੍ਰਿੜਾ ਦਿੱਤਾ, ਪੱਕਾ ਕਰਾ ਦਿੱਤਾ। ਭਾਈ ਆਹ ਧਿਆਨ ਸਿਮਰਨ ਕਰਨਾ ਹੈ, ਆਹ ਔਗੁਣ ਛੱਡਣੇ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਕਹਿੰਦੇ ਦੇਖ ਗਿਆਨ ਜਿਹੜਾ ਹੈਗਾ, ਬਾਣੀ ਜਿਹੜੀ ਗੁਰੂ ਦੀ ਬਾਣੀ, ਗੁਰੂ ਦੀ ਮੱਤ ਜਿਹੜੀ ਹੈਗੀ ਆ, ਇਹ ਵੇਦ ਆ ਤੇਰੇ ਕੋਲ, ਬ੍ਰਹਮਾ ਵੇਦ, ਇਹ ਸਭ ਤੋਂ ਵੱਡਾ ਗਿਆਨ ਹੈਗਾ। ਇਹ ਧਰਮ ਨੂੰ ਦ੍ਰਿੜ ਕਰ ਲਾ। ਧਰਮ ਤੂੰ ਧਰਮ ਕਰਨਾ, ਧਰਮ ਕਿਸੇ ਕੰਮ ਵਾਸਤੇ ਆਇਆ ਤੂੰ। ਸਰਬ ਧਰਮ ਮੇਂ श्रेष्ठ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਆਹ ਦ੍ਰਿੜ ਕਰ ਲਾ। ਬਾਣੀ ਬ੍ਰਹਮਾ ਵੇਦ, ਆਹ ਗਿਆਨ ਇੱਥੋਂ ਲੈਣਾ ਆ। ਧਰਮ ਦ੍ਰਿੜੋ, ਧਰਮ ਨੂੰ ਦ੍ਰਿੜ ਕਰ। ਧਰਮ ਨੂੰ ਦ੍ਰਿੜ ਕਰਨਾ ਕੀ ਹੈ? ਗੁਣ ਗ੍ਰਹਿਣ ਕਰ। ਪਾਪ ਤਜਾਇਆ ਬਲਰਾਮ ਜੀਓ, ਪਾਪਾਂ ਨੂੰ ਛੱਡ। ਸਟਾਰਟਿੰਗ ਜਰਨੀ ਤਾਂ ਹੋਣੀ ਹੈ। ਧਰਮ ਦ੍ਰਿੜੋ ਹਰ ਨਾਮ ਧਿਆਵੋ। ਲਓ ਕਹਿੰਦੇ ਧਿਆਨ ਸਿਮਰਨ ਕਰ, ਨਾਮ ਤੇਰੇ ਅੰਦਰ ਗੁਪਤ ਆ, ਧਿਆ ਉਹਨੂੰ। ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਸਿਮਰਤ ਕਹਿੰਦੇ ਆ ਸਮਰਨ ਕਰਾ ਦਿੱਤਾ। ਸਿਮਰਨ ਕੀ ਸਿਮਰਨ ਕਰਾਤਾ? ਨਾਮ ਪੱਕਾ ਕਰਾਤਾ ਵੀ ਨਾਮ ਨਹੀਂ ਛੱਡਣਾ, ਇਹ ਧਿਆਨ ਨਹੀਂ ਛੱਡਣਾ, ਧਿਆਨ ਸਿਮਰਨ। ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਇਹ ਸਿਮਰਤੀਆਂ ਨਹੀਂ ਜਿਹੜੀਆਂ 18 ਸਿਮਰਤੀਆਂ ਹੈਗੀਆਂ ਮਨੂੰ ਦੀਆਂ ਸਿਮਰਤੀਆਂ, ਨਾ। ਸਿਮਰਤੀ ਦਾ ਮਤਲਬ ਸਮਰਨ ਕਰਾ ਦਿੱਤਾ। ਸਿਮਰਤ ਕੀ ਸਮਰਨ? ਇਹਦੇ ਵਿੱਚ ਦੇਖੋ ਪੱਕਾ ਸਮਰਨ ਕਰਾ ਦਿੱਤਾ, ਨਾਮ ਦ੍ਰਿੜ ਕਰਾ ਦਿੱਤਾ, ਆਹ ਸਮਰਨ ਕਰਾ ਦਿੱਤਾ। ਧਿਆਨ ਨਾਮ ਧਿਆਵੋ, ਆਹ ਜਿਹੜਾ ਹੈਗਾ ਸਮਰਨ ਕਰਾ ਦਿੱਤਾ। ਧਰਮ ਦ੍ਰਿੜੋ, ਧਰਮ ਨੂੰ ਪੱਕਾ ਆਪਣੇ ਅੰਦਰ ਵਸਾ।
ਸਤਿਗੁਰ ਗੁਰ ਪੂਰਾ ਆਰਾਧੋ ਸਭ ਕਿਲ ਵਿਖ ਪਾਪ ਗਵਾਇਆ। ਦੇਖ ਲਾ ਪਿਆਰਿਆ, ਪੂਰਾ ਸਤਿਗੁਰੂ ਜਿਹੜਾ ਹੈਗਾ ਉਹਨੂੰ ਆਰਾਧਨਾ ਹੈ। ਆਰਾਧਨਾ ਕੀ ਆ ਬਈ ਗੁਰੂ ਦੀ ਮੱਤ ਜਿਹੜੀ ਜੋ ਗੁਰੂ ਕਹਿ ਰਿਹਾ ਆ ਉਹਨੂੰ ਜਿਹੜਾ ਬਾਰ-ਬਾਰ ਰਿਪੀਟ ਕਰਨਾ ਹੈ। ਕਿਉਂਕਿ ਇੱਕ ਵਾਰੀ ਗਿਆਨ ਲੈਣ ਦੇ ਨਾਲ ਤੇਰੇ ਅੰਦਰ ਗੱਲ ਵੜਨੀ ਨਹੀਂ ਹੈ। ਤੇਰੇ ਮਨ ਨੇ ਪਤੰਦਰ ਨੇ ਨਹੀਂ ਮੰਨਣਾ, ਭੁੱਲ ਜਾਣਾ ਇਹਨੇ। ਫਿਰ ਕਹਿੰਦੇ ਆਰਾਧੀ ਜਾ ਗੁਰੂ ਨੂੰ, ਗੁਰੂ ਦੀ ਮੱਤ ਨਾਲ ਲਈ ਜਾ। ਸਤਿਗੁਰ ਗੁਰ ਪੂਰਾ ਗੁਰੂ ਆਰਾਧੋ ਸਭ ਕਿਲ ਵਿਖ ਪਾਪ ਗਵਾਇਆ। ਸਾਰੇ ਦੇ ਸਾਰੇ ਕਿਲ ਵਿਖ ਵਜਰ ਪਾਪ ਜਿਹੜੇ ਹੈਗੇ ਤੇਰੇ ਕੀਤੇ ਹੋਏ ਚਲੇ ਜਾਣਗੇ। ਮਨ ਮੁੜ ਜਾਏਗਾ, ਆਵਗਣਾ ਤੋਂ ਮਨ ਮੁੜ ਜਾਏਗਾ। ਸਹਿਜ ਆਨੰਦ ਹੋਆ ਵਡ ਭਾਗੀ ਮਨੇ ਹਰ ਹਰ ਮੀਠਾ ਲਾਇਆ। ਸਹਿਜ ਆਨੰਦ, ਵਾਹ ਜੀ ਵਾਹ। ਹੌਲੀ ਹੌਲੀ ਸਹਿਜ ਅਵਸਥਾ ਆਉਣੀ ਸ਼ੁਰੂ ਹੋ ਜਾਂਦੀ ਹੈ, ਅੰਦਰ ਖੁਸ਼ੀ ਖੇੜਾ ਆ ਜਾਂਦਾ, ਸੰਤ ਬਣਨ ਲੱਗ ਜਾਂਦਾ ਹੈ। ਉਹਦੇ ਅੰਦਰ ਜਿਹੜਾ ਸ਼ਾਂਤੀ ਆਉਣੀ ਸ਼ੁਰੂ ਹੋ ਜਾਂਦੀ ਹੈ। ਸਹਿਜ ਕੀ ਹੈ? ਛੁੱਟਣੇ ਸ਼ੁਰੂ ਹੋ ਜਾਂਦੇ ਆ ਇਹ ਜਿਹੜੇ ਹੈਗੇ ਇਹ ਸੰਸਕਾਰ, ਇਹ ਖਿੱਚਾਂ ਜਿਹੜੀਆਂ ਹੈਗੀਆਂ, ਇਹ ਵਿਚਾਰ ਜਿਹੜੇ ਹੈਗੇ। ਸਹਿਜ ਆਨੰਦ ਹੋਆ ਵਡ ਭਾਗੀ, ਵੱਡੇ ਭਾਗਾਂ ਵਾਲਾ ਹੈ ਭਾਈ। ਮਨੇ ਹਰ ਹਰ ਮੀਠਾ ਲਾਇਆ। ਮਨ ਦੇ ਵਿੱਚ ਧਿਆਨ ਸਿਮਰਨ ਜਿਹੜਾ ਹੈਗਾ, ਇਹ ਗੁਰੂ ਦੀ ਮੱਤ ਜਿਹੜੀ ਹੈਗੀ ਇਹ ਮਿੱਠੀ ਲੱਗਣ ਲੱਗ ਜਾਂਦੀ ਹੈ। ਮਨ ਦੇ ਵਿੱਚ ਮਿੱਠੀ ਲੱਗਣ ਲੱਗ ਜਾਂਦੀ ਹੈ, ਅੰਦਰ ਗਹਿਰੀ ਬੈਠ ਜਾਂਦੀ ਹੈ। ਜਨ ਕਹੈ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ। ਆ ਪਹਿਲੀ ਲਾਮ ਹੈ ਜੀ, ਮਹਾਰਾਜ ਕਹਿ ਰਿਹਾ। ਚੌਥੀ ਪਾਤਸ਼ਾਹੀ ਕੱਕੇ ਨੂੰ ਨਾਨਕ ਦੇ ਨੂੰ ਔਂਕੜ ਲਗਾ ਕੇ, ਜਨ ਨੂੰ ਔਂਕੜ ਲਗਾ ਕੇ ਭਾਈ ਜਨ ਕਹੈ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ। ਆ ਪਹਿਲੀ ਲਾਮ ਹੈ ਪਿਆਰਿਆ, ਆਰੰਭ ਕਰ ਲਾ ਤੇ ਤੇਰਾ ਵੀ ਸਟਾਰਟਿੰਗ ਹੋ ਜਾਏਗੀ। ਪਹਿਲੀ ਲਾਮ ਲਈ ਜਾਊਗੀ ਜੇ ਆ ਕੰਮ ਕਰ ਲਏਗਾ ਭਾਈ। ਗੁਰੂ ਦੀ ਮੱਤ ਲਏਗਾ ਤੇ ਧਿਆਨ ਸਿਮਰਨ ਪੱਖਾ ਕਰੇਗਾ ਤੇ ਪਾਪ ਜਿਹੜੇ ਛੱਡੇਗਾ। ਸਭ ਕਿਲ ਵਿਖ ਪਾਪ ਗਵਾਇਆ। ਤਾਂ ਇਹ ਪਹਿਲੀ ਲਾਮ ਹੈਗੀ ਤੇਰੀ, ਤਾਂ ਤੇਰੀ ਚੜ੍ਹਾਈ ਹੋਏਗੀ, ਪਹਿਲੀ ਸਟੇਜ ਪਾਰ। ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਇਸ ਤਰੀਕੇ ਦੇ ਨਾਲ ਤੇਰਾ ਪਿਆਰ ਗੁਰੂ ਦੇ ਨਾਲ ਪੈਦਾ ਹੋ ਜਾਏਗਾ। ਗੁਰੂ ਦੇ ਨਾਲ ਇੱਕਮਿਕ ਹੋ ਜਾਏਗੀ, ਮਿਲ ਜਾਏਗਾ ਗੁਰੂ ਦੇ ਨਾਲ। ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਇਸ ਤਰ੍ਹਾਂ ਜਿਹੜਾ ਹੈਗਾ ਗੁਰੂ ਦੇ ਬਗੈਰ ਰਹਿ ਨਹੀਂ ਸਕਦੀ ਜੀਵ ਇਸਤਰੀ, ਫਿਰ ਗਿਆਨ ਦੇ ਬਗੈਰ ਰਹਿ ਨਹੀਂ ਸਕਦੀ। ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ। ਮਾਇਆ ਜਿਹੜੀ ਤੰਗ ਕਰਦੀ ਸੀ, ਜਿਹੜੇ ਸਵਾਦ ਰਸ ਕਸ ਨਹੀਂ ਛੱਡੇ ਜਾਂਦੇ ਸੀਗੇ, ਉਸ 'ਚੋਂ ਨਿਰਭਉ ਹੋ ਗਿਆ। ਕਿਵੇਂ? ਮਾਲਕ ਦਾ ਭੈ ਆ ਗਿਆ। ਗੁਰੂ ਨੇ ਮਾਲਕ ਦਾ ਭੈ ਪੈਦਾ ਕਰ ਦਿੱਤਾ ਵੀ ਮਾਲਕ ਹੈਗਾ, ਦੇਖ ਮਾਲਕ ਜਿਹੜਾ ਹੈਗਾ ਉਹਨੇ ਜੂਨਾਂ 'ਚ ਭੇਜ ਦੇਣਾ ਹੈ। ਉਹਦਾ ਭੈ ਆ ਗਿਆ। ਮਾਲਕ ਤੇਰੇ ਨਾਲ ਆ, ਤੇਰੀ ਆਤਮਾ ਤੇਰੇ ਨਾਲ ਆ। ਮਾਲਕ ਤੈਨੂੰ ਦੇਖ ਰਿਹਾ ਹੈ, ਜੋ ਕੁਛ ਵੀ ਕਰ ਰਿਹਾ ਹੈ ਤੂੰ, ਜੋ ਕੁਛ ਵੀ ਕਰ ਰਿਹਾ, ਜਿੱਥੇ ਵੀ ਜਾ ਰਿਹਾ, ਜਿਹਨੂੰ ਵੀ ਠੱਗ ਰਿਹਾ, ਉਹ ਮਾਲਕ ਤੇਰੇ ਨਾਲ ਦੇਖ ਰਿਹਾ। ਤਾਂ ਜਿਹੜਾ ਹੈਗਾ ਉਹਦੇ ਅੰਦਰ ਆਪਣੀ ਮਨ ਦੀ ਮੈਂ ਚਲੇ ਜਾਂਦੀ ਹੈ, ਹਉਮੈ ਜਾਂਦੀ ਹੈ। ਕਿਉਂਕਿ ਉਹ ਆਤਮਾ, ਕੰਟਰੋਲ ਆਤਮਾ ਦੇ ਕੋਲ ਆਉਂਦਾ ਹੈ। ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ। ਇਸ ਤਰ੍ਹਾਂ ਹਉਮੈ ਦੀ ਮੈਲ ਜਾਂਦੀ ਹੈ। ਨਿਰਭਉ ਭਉ ਪਾਇਆ ਹਰ ਗੁਣ ਗਾਇਆ। ਨਾਲ ਜਿਹੜੇ ਹੈਗੇ ਧਿਆਨ ਸਿਮਰਨ ਕਰੀ ਜਾਣਾ ਹੈ। ਹਰ ਗੁਣ ਕੀ ਹੈ? ਗੁਰੂ ਦੀ ਮੱਤ ਲੈਣੀ ਤੇ ਧਿਆਨ ਸਿਮਰਨ ਕਰਨਾ। ਨਿਰਮਲ ਭਾਉ, ਇਹ ਨਿਰਮਲ ਭਾਉ ਹੈ ਮਾਲਕ ਦਾ। ਮਾਲਕ ਦਾ ਭਾਉ ਜੇ ਹੋਏਗਾ ਤੇ ਆਪਾਂ ਨਿਰਮਲ ਹੋ ਜਾਵਾਂਗੇ। ਜੇ ਮਾਇਆ ਦਾ ਭਾਉ ਹੋਏਗਾ ਤੇ ਬਸ ਫਿਰ ਫਸ ਗਏ ਆਪਾਂ, ਫਿਰ ਤਾਂ ਮਾਇਆ ਦੇ ਵਿੱਚ ਫਸੇ ਹੋਏ ਹਾਂ। ਨਿਰਮਲ ਭਾਉ, ਮਾਇਆ ਦਾ ਭਾਉ ਕੀ ਹੈ? ਮਾਇਆ ਦਾ ਭਾਉ ਹੈ ਆਪਾਂ ਆਪਣਾ ਚਲੇ ਜਾਣਾ ਚਾਂਸ, ਔਰ ਵਾਪਸ ਜੂਨਾਂ ਦੇ ਵਿੱਚ ਚਲੇ ਜਾਣਾ ਆਪਾਂ ਨੇ। ਨਿਰਮਲ ਭਾਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ। ਬਸ ਜਿਹਨੂੰ ਪਰਮਾਤਮਾ ਦਾ ਭੈ ਆ ਗਿਆ, ਉਹਨੇ ਤਾਂ ਸਾਰੀ ਜਗ੍ਹਾ ਤੇ, ਆਪਣੇ ਅੰਦਰ ਬਾਹਰ ਹਰ ਜਗ੍ਹਾ ਤੇ ਉਹਨੇ ਕਹਿਣਾ ਮੇਰੀ ਤਾਂ ਆਤਮਾ ਦੇਖ ਰਹੀ ਹੈ ਮੈਨੂੰ, ਮਾਲਕ ਤਾਂ ਮੇਰੇ ਨਾਲ ਆ। ਹਰ ਜਗ੍ਹਾ ਤੇ ਮਾਲਕ ਹੈ, ਹਰ ਪਾਸੇ ਤਾਂ ਮਾਲਕ ਹੈਗਾ, ਉਹਦੇ ਵਿੱਚੇ ਤਾਂ ਮੈਂ ਹੈਗੀ ਹਾਂ। ਨਿਰਮਲ ਭਾਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ। ਹਰਿ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਿਹਾ ਭਰਪੂਰੇ। ਉਹ ਆਤਮ ਰਾਮ ਜਿਹੜਾ ਹੈਗਾ ਉਹ ਤਾਂ ਉਹਦਾ ਹੀ ਪਸਾਰਾ ਹੈ ਸਾਰਾ ਦਾ ਸਾਰਾ। ਉਸੇ ਮਾਲਕ ਦਾ, ਉਸੇ ਜੋਤ ਦਾ, ਉਸੇ ਨੂਰ ਦਾ ਪਸਾਰਾ ਹੈ। ਉਹ ਸੁਆਮੀ ਪਸਰਿਆ ਹੋਇਆ ਚਾਰੋਂ ਪਾਸੇ ਹਰ ਜਗ੍ਹਾ ਤੇ, ਸਰਬ ਰਿਹਾ ਭਰਪੂਰ। ਔਰ ਹਰ ਜਗ੍ਹਾ ਤੇ ਭਰਪੂਰ ਹੈਗਾ ਉਹ ਮਾਲਕ ਪਰਮਾਤਮਾ।
ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ। ਅੰਦਰ ਵੀ ਬਾਹਰ ਵੀ ਹਰ ਜਗ੍ਹਾ ਤੇ ਇੱਕ ਆ ਮਾਲਕ ਪਰਮਾਤਮਾ। ਦੂਜੀ ਲਾਮ ਹੋ ਗਈ ਜੀ, ਮੰਗਲ ਗਾਉਂਦਾ। ਹੁਣ ਮੰਗਲ ਚੱਲ ਪਿਆ, ਹੁਣ ਜਿਹੜਾ ਖੁਸ਼ੀ ਦੇ ਨਾਲ ਚੱਲ ਪਿਆ ਇਸ ਰਸਤੇ ਦੇ ਉੱਤੇ। ਮਨ ਦਾ ਅੜੀਅਲ ਸਭ ਆ ਗਿਆ। ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ। ਜਨ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ ਬਜਾਏ। ਅਨਹਦ ਸ਼ਬਦ ਉਹਦੇ ਅੰਦਰ ਆਪਣੇ ਆਪ ਜਿਹੜੇ ਚੱਲ ਪੈਂਦੇ ਆ ਭਾਈ। ਮੀਲ ਪੱਥਰ ਆਪਣੇ ਆਪ ਆਉਣੇ ਸ਼ੁਰੂ ਹੋ ਜਾਂਦੇ ਆ, ਕਿਉਂਕਿ ਯਾਤਰਾ ਕਰ ਰਹੇ ਹਾਂ ਆਪਾਂ। ਜੇ ਕੁਛ ਆਊਗਾ ਹੀ ਨਹੀਂ ਤੇ ਆਪਾਂ ਬੈਕ ਆਊਟ ਹੋ ਸਕਦੇ ਹਾਂ। ਇਹ ਮੀਲ ਪੱਥਰ ਲਾਜ਼ਮੀ ਹੈਗੇ। ਸਵਾਦ, ਇਹ ਅਨਹਦ ਸ਼ਬਦ, ਇੱਕ ਖੁਸ਼ਬੂ। ਤੀਸਰੀ ਲਾਮ ਸ਼ੁਰੂ ਹੋਈ ਹੁਣ ਇਸ ਤੋਂ ਬਾਅਦ। ਹਰ ਤੀਜੜੀ ਲਾਮ ਮਨੇ ਚਾਓ ਪਿਆ ਬੈਰਾਗੀਆ ਬਲਰਾਮ ਜੀਓ। ਬਸ ਚਾਹ ਪੈਦਾ ਹੋ ਗਿਆ ਹੁਣ ਤਾਂ। ਹੁਣ ਬਸ ਫਿਰ ਹੁਣ ਮਾਲਕ ਨੂੰ ਮਿਲਣਾ ਹੈ। ਹੁਣ ਪਤੀ ਦੇ ਨਾਲ ਵਿਆਹ ਕਰਾਉਣਾ ਹੈ। ਬਸ ਹੁਣ ਚਾਹ ਦੇ ਨਾਲ ਜਿਹੜਾ ਹੈਗਾ ਭਗਤੀ ਕਰਦਾ ਇਨਸਾਨ। ਹਰ ਤੀਜੜੀ ਲਾਮ ਮਨੇ ਚਾਓ ਪਿਆ ਬੈਰਾਗੀਆ। ਬੈਰਾਗ ਆ ਗਿਆ ਹੁਣ। ਬਸ ਮਿਲਣਾ ਹੈ ਮਾਲਕ ਨੂੰ। ਬੈਰਾਗ ਕਹਿੰਦੇ ਆ ਬਿਲਕੁਲ ਬਸ ਹਰ ਪਾਸਿਓਂ ਜਿਹੜਾ ਹੈਗਾ ਛੱਡ ਕੇ ਇੱਕ ਪਾਸੇ ਉਲਰ ਗਿਆ। ਇੱਕ ਉਹ ਪਤੀ ਦੇ ਮਿਲਾਪ ਦੀ ਜਿਹੜਾ ਉਸੇ ਵਾਸਤੇ ਜਿਹੜਾ ਹੈਗਾ ਹੁਣ ਜਿਹੜਾ ਹੈਗਾ ਇਹ ਤੀਵਰ ਇੱਛਾ ਹੋ ਗਈ ਉਹਦੇ ਅੰਦਰ। ਚਾਹ ਹੋ ਗਿਆ, ਚਾਹ ਚੜ ਗਿਆ। ਹਰ ਤੀਜੜੀ ਲਾਮ ਮਨੇ ਚਾਓ ਪਿਆ ਬੈਰਾਗੀਆ ਬਲਰਾਮ ਜੀਓ। ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗੀਆ ਬਲਰਾਮ ਜੀਓ। ਸੰਤ ਜਨ ਜਿਹੜੇ ਹੈ ਜਿਨ੍ਹਾਂ ਦੇ ਅੰਦਰ ਸ਼ਾਂਤੀ ਹੈਗੀ ਆ, ਜਿਨ੍ਹਾਂ ਨੇ ਮਨ ਨੂੰ ਸਾਧਿਆ ਹੋਇਆ ਆ, ਉਹਨਾਂ ਦੀ ਸੰਗਤ ਦੇ ਨਾਲ ਸੰਤ ਜਨਾ ਹਰ ਮੇਲ, ਮਾਲਕ ਦੇ ਨਾਲ ਮੁਲਾਕਾਤ ਹੋਈ ਪਾਏ। ਇਹਦੇ ਨਾਲ ਮਾਲਕ ਨੇ ਮਿਲਣਾ ਹੈਗਾ। ਹਰ ਪਾਇਆ ਪਰਮਾਤਮਾ ਪਾਇਆ ਜਾਂਦਾ ਹੈ। ਵਡ ਭਾਗੀਆ ਬਲਰਾਮ ਜੀ, ਉਹ ਵੱਡੇ ਭਾਗਾਂ ਵਾਲੀ ਜੀਵ ਇਸਤਰੀ ਜਿਹਦਾ ਵਿਆਹ ਹੁੰਦਾ ਹੈ ਮਾਲਕ ਦੇ ਨਾਲ। ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ। ਨਿਰਮਲ ਉਹ ਮਾਲਕ ਪਰਮਾਤਮਾ ਪਾ ਲਿਆ। ਇਸ ਤਰੀਕੇ ਦੇ ਨਾਲ ਪਰਮੇਸ਼ਰ ਦੇ ਗੁਣ ਗਾ ਕੇ, ਹਰ ਗੁਣ ਗਾਇਆ, ਧਿਆਨ ਸਿਮਰਨ ਕਰਕੇ, ਮੁਖ ਬੋਲੀ ਹਰ ਬਾਣੀ। ਮੁਖ ਦੇ ਵਿੱਚ ਉਹ ਬਾਣੀ ਬੋਲ ਕੇ, ਧਿਆਨ ਸਿਮਰਨ ਕਰਕੇ ਗੁਰੂ ਦੀ ਮੱਤ ਲੈਣੀ ਔਰ ਜਿਹੜਾ ਹੈਗਾ ਪ੍ਰੈਕਟੀਕਲ ਕਰਨਾ, ਧਿਆਨ ਸਿਮਰਨ ਕਰਨਾ। ਆ ਹੈਗੀ ਬਾਣੀ, ਆ ਹੈਗੇ ਗੁਣ ਗਾਉਣੇ। ਸੰਤ ਜਨਾ ਵਡ ਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ। ਸੰਤ ਜਨਾ ਦੇ ਨਾਲ, ਵੱਡੇ ਭਾਗਾਂ ਦੇ ਨਾਲ ਜਿਹੜਾ ਹੈਗਾ, ਵੱਡੇ ਭਾਗਾਂ ਵਾਲੀ ਜੀਵ ਇਸਤਰੀ ਹੈ ਜਿਹਦਾ ਮਿਲਾਪ ਉਹ ਮਾਲਕ ਪਰਮਾਤਮਾ ਦੇ ਨਾਲ ਹੁੰਦਾ ਹੈ। ਔਰ ਇਹ ਅਕਥ ਕਹਾਣੀ ਜਿਹੜੀ ਕਥੀ ਜਾਂਦੀ ਹੈ, ਜਿਹੜੀ ਪ੍ਰੈਕਟੀਕਲ ਕਰਦੇ ਆ, ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ, ਜਿਹੜੀ ਸ਼ਬਦਾਂ ਦੇ ਵਿੱਚ ਨਹੀਂ ਆਉਂਦੀ। ਸੰਤ ਜਨਾ ਵਡ ਭਾਗੀ ਪਾਇਆ, ਵੱਡੇ ਭਾਗਾਂ ਵਾਲਾ ਹੁੰਦਾ ਹੈ ਜਿਹੜਾ ਸਾਧ ਸੰਗਤ ਦੇ ਵਿੱਚ ਰਹਿ ਕੇ, ਗੁਰੂ ਦੀ ਮੱਤ ਲੈ ਕੇ, ਧਿਆਨ ਸਿਮਰਨ ਕਰਕੇ ਔਰ ਜਿਹੜਾ ਅਕਥ ਨੂੰ ਕਥ ਲੈਂਦਾ ਹੈ। ਸੰਤ ਜਨਾ ਵਡ ਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ। ਉਹ ਮਾਲਕ ਪਰਮਾਤਮਾ ਦੇ ਨਾਲ ਮਿਲਾਪ ਦੇ ਜਿਹੜੇ ਆ, ਜਿਹਨੇ ਆਪਣੇ ਆਪ ਨੂੰ ਸਵਾਰ ਲਿਆ। ਹਿਰਦੇ ਹਰ 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 ਧੁਨ ਉਪਜੀ ਹਰ ਜਪੀਏ ਮਸਤਕ ਭਾਗ ਜੀਓ। ਧੁਨ ਉਪਜ ਗਈ, ਧੁਨ ਪੈਦਾ ਹੋ ਗਈ ਹਿਰਦੇ ਦੇ ਵਿੱਚ, ਪਰਮੇਸ਼ਰ ਦੇ ਮਿਲਾਪ ਦੀ ਧੁਨ। ਬਸ ਬਾਕੀ ਸਾਰਾ ਜਿਹਦੇ ਅੰਦਰ ਖਿੱਚ ਪੈਦਾ ਹੋ ਜਾਏ ਵੀ ਮੈਂ ਤਾਂ ਆਹ ਚੀਜ਼ ਆ ਮਾਲਕ ਨੂੰ ਮਿਲਣਾ ਹੀ ਮਿਲਣਾ ਹੈ, ਜਿਹਦੇ ਅੰਦਰ ਆਪਣੇ ਪਤੀ ਨੂੰ ਮਿਲਣ ਦੀ ਇੱਛਾ ਹੋਏ, ਬਾਕੀ ਸਾਰਾ ਕੁਝ ਡਰਾਪ ਕਰ ਦੇਗੀ। ਹਿਰਦੇ ਹਰ 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 ਧੁਨ ਉਪਜੀ, ਧੁਨ ਉਪਜ ਗਈ ਉਹਦੇ ਅੰਦਰ, ਲਗਨ ਲੱਗ ਗਈ। ਧੁਨ ਉਪਜ ਦਾ ਕੀ ਮਤਲਬ ਹੈ? ਲਗਨ। ਹਿਰਦੇ ਹਰ 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 ਧੁਨ ਉਪਜੀ ਹਰ ਜਪੀਏ ਮਸਤਕ ਭਾਗ ਜੀਓ। ਬਸ ਭਾਗ ਆ ਗਏ ਮੱਥੇ ਦੇ ਉੱਤੇ। ਕਹਿੰਦੇ ਹੁਣ ਸਹੀ ਨਿਸ਼ਾਨੇ ਤੇ ਹੈਗੀ, ਹੁਣ ਨਾ ਦੇਰ ਕਰ। ਜਨ ਨਾਨਕ ਬੋਲੇ ਤੀਜੀ ਲਾਵੇਂ ਹਰਿ ਉਪਜੇ ਮਨ ਬੈਰਾਗ ਜੀਓ। ਆ ਮਹਾਰਾਜ ਤੀਸਰੀ ਲਾਮ ਚੌਥੀ ਪਾਤਸ਼ਾਹੀ ਦੱਸ ਰਹੀ ਹੈ ਭਾਈ, ਬੋਲ ਰਹੇ ਭਾਈ, ਆ ਤੀਜੀ ਲਾਮ। ਇਸ ਤਰੀਕੇ ਦੇ ਨਾਲ ਸਟੇਜ ਬਾਈ ਸਟੇਜ ਅਵਸਥਾ ਚੇਂਜ ਹੋਣੀ ਹੈ ਔਰ ਮਨ ਦੇ ਵਿੱਚ ਤੀਸਰੀ ਲਾਮ ਦੇ ਵਿੱਚ ਬੈਰਾਗ ਪੈਦਾ ਹੋ ਜਾਣਾ ਹੈ। ਬਿਲਕੁਲ ਮਾਲਕ ਦੇ ਬਗੈਰ ਨਹੀਂ ਰਹਿ ਸਕਦੀ ਹੁਣ ਜੀਵ ਇਸਤਰੀ, ਵਿਆਹ ਦੇ ਬਗੈਰ ਨਹੀਂ ਰਹਿ ਸਕਦੀ। ਹਰ ਚੌਥੜੀ ਲਾਮ ਮਨੇ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ। ਆ ਚੌਥੀ ਲਾਮ ਹੈ ਭਾਈ।
ਬਸ ਮਿਲਾਪ ਮਾਲਕ ਦੇ ਨਾਲ। ਹਰ ਚੌਥੜੀ ਲਾਮ ਮਨੇ ਸਹਿਜ ਪਿਆ, ਸਹਿਜ ਅਵਸਥਾ ਆ ਗਈ। ਹੁਣ ਵਿਚਾਰ ਨਹੀਂ ਹੈਗੇ, ਸਹਿਜ ਅਵਸਥਾ ਹੈਗੀ। ਸੁਣਨ ਦੇ ਵਿੱਚ ਹਰ ਪਾਇਆ ਬਲਰਾਮ ਜੀਓ, ਉਹ ਮਾਲਕ ਪਰਮਾਤਮਾ ਦਾ ਨਾਲ ਮਿਲਾਪ ਹੋ ਜਾਂਦਾ ਹੈ। ਇਹ ਬਲਰਾਮ ਜੀਓ ਬਾਰ-ਬਾਰ ਆਉਂਦਾ ਹੈ। ਇਹ ਛੰਤ ਦੀ ਚਾਲ ਹੁੰਦੀ ਹੈ। ਛੰਤ ਇਸ ਤਰ੍ਹਾਂ ਬਣਦੇ ਪਰਮਾਤਮਾ ਨੂੰ ਐਡਰੈਸ ਕਰਕੇ, ਬਲਰਾਮ ਜੀ ਮੈਂ ਤੇਰੇ ਤੋਂ ਬਲਿਹਾਰ ਜਾਣਾ, ਬਾਰ-ਬਾਰ ਆ ਰਿਹਾ। ਹਰ ਚੌਥੜੀ ਲਾਮ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜੀਓ, ਗੁਰਮੁਖੇ ਮਿਲਿਆ ਸੁਭਾਏ। ਕਿਵੇਂ ਮਿਲਿਆ? ਸਤਿਗੁਰ ਪੁਰਖ ਮਿਲਾਏ, ਅਵਗੁਣ ਵਿਕਣਾ ਗੁਣ ਰਵਾਂ ਬਲਰਾਮ ਜੀਓ। ਇਸ ਤਰ੍ਹਾਂ ਮਿਲਿਆ ਗੁਰਮੁਖ ਸਿਸਟਮ ਦੇ ਵਿੱਚ, ਗੁਰੂ ਦੇ ਅਨੁਸਾਰ ਚੱਲ ਕੇ ਗੁਰਮੁਖੇ ਮਿਲਿਆ ਸੁਭਾਏ, ਪਿਆਰ ਦੇ ਨਾਲ। ਹਰ ਮਨ ਤਨੇ ਮਿੱਠਾ ਲਾਇਆ ਬਲਰਾਮ ਜੀਓ, ਜਿਹਦੇ ਮਨ ਔਰ ਤਨ ਦੇ ਵਿੱਚ, ਮਨ ਵੀ ਸੁਰਤ ਔਰ ਤਨ ਜਿਹੜਾ ਹੈਗਾ, ਸਰੀਰ ਦੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਸਾਰੀਆਂ ਲੱਗ ਗਈਆਂ ਇਸ ਪਾਸੇ, ਮਿੱਠਾ ਲੱਗਿਆ ਸਾਰਿਆਂ ਨੂੰ। ਗੁਰਮੁਖੇ ਮਿਲਿਆ ਸੁਭਾਏ। ਹੁਣ ਕੋਈ ਅੜੀ ਨਹੀਂ ਕਰ ਰਹੀ, ਅੱਖਾਂ ਰੂਪ ਪਿਆ, ਸਾਰਾ ਚੋਗਾ ਪਿਆ ਆ, ਨਹੀਂ ਜਾ ਰਹੀ ਉਸ ਪਾਸੇ। ਗੁਰਮੁਖੇ ਮਿਲਿਆ ਸੁਭਾਏ, ਹਰ ਮਨ ਤਨੇ ਮਿੱਠਾ ਲਾਇਆ ਬਲਰਾਮ ਜੀਓ। ਹਰ ਮਿੱਠਾ ਲਾਇਆ ਮੇਰੇ ਪ੍ਰਭ ਪਾਇਆ, ਅਨਦਿਨ ਹਰ ਲਿਵ ਲਾਈ। ਮਿੱਠਾ ਲੱਗ ਗਿਆ ਤੇ ਮਾਲਕ ਨੂੰ ਪਸੰਦ ਆ ਗਈ, ਜੀਵ ਇਸਤਰੀ ਪਾਏ, ਮੇਰੇ ਪ੍ਰਭ ਪਾਇਆ, ਪਾ ਗਈ। ਹੁਣ ਇਹ ਜਿਹੜਾ ਹੈਗਾ, ਇਹਨੂੰ ਤਾਂ ਬਈ ਆਪਣੇ ਨਾਲ ਰੱਖਣਾ ਹੈ, ਇਹਨੂੰ ਨਹੀਂ ਦੁਨੀਆ 'ਚ ਭੇਜਣਾ। ਹਰ ਮਿੱਠਾ ਲਾਇਆ ਮੇਰੇ ਪ੍ਰਭ ਪਾਇਆ, ਅਨਦਿਨ ਹਰ ਲਿਵ ਲਾਈ। ਉਹਦੀ ਲਿਵ ਲੱਗ ਜਾਂਦੀ ਹੈ ਪਾਏ, ਅਨਦਿਨ। ਵਿਚਾਰ ਹੈ ਹੀ ਨਹੀਂ ਦੁਨੀਆ ਦਾ, ਆਕਾਰ ਦਾ, ਪ੍ਰਕਿਰਤੀ ਦਾ ਕੋਈ ਖਿੱਚ ਨਹੀਂ ਹੈਗੀ। ਚੁੰਬਕ ਸ਼ਕਤੀ ਖਤਮ ਹੋ ਗਈ, ਜਿਹੜੀ ਸਵਾਦਾਂ ਦੀ ਚੁੰਬਕ ਸ਼ਕਤੀ ਸੀਗੀ। ਹਰ ਮਿੱਠਾ ਲਾਇਆ ਮੇਰੇ ਪ੍ਰਭ ਪਾਇਆ, ਅਨਦਿਨ ਹਰ ਲਿਵ ਲਾਈ। ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਹੈ ਵਜੀ ਵਧਾਈ। ਲਓ ਜੀ, ਮੇਲ ਦਾ ਜਿਹੜਾ ਹੈਗਾ ਮੁਲਾਕਾਤ ਹੋ ਗਈ। ਮਨ ਦੇ ਵਿੱਚ ਜਿਹੜੀ ਇੱਛਾ ਸੀਗੀ, ਜਿਹਦੇ ਪਤੀ ਦੇ ਬਗੈਰ ਨਹੀਂ ਰਹਿ ਸਕਦੀ ਸੀਗੀ, ਜਿਹੜੀ ਧੁਨ ਉਪਜ ਗਈ ਸੀਗੀ ਜਿਹਦੇ ਅੰਦਰ, ਮਨ ਚਿੰਦਿਆ ਫਲ ਪਾਇਆ, ਫਲ ਪ੍ਰਾਪਤ ਹੋ ਗਿਆ। ਸੁਆਮੀ ਉਹ ਮਾਲਕ ਪਰਮਾਤਮਾ ਪ੍ਰਗਟ ਹੋ ਗਿਆ, ਆਤਮਾ ਦੇ ਵਿੱਚ ਲੀਨ ਹੋ ਗਈ। ਹਰ ਨਾਮ ਹੈ ਵਜੀ ਵਧਾਈ, ਨਾਮ ਪਦਾਰਥ, ਨਾਮ ਦੇ ਨਾਲ ਵਧਾਈ ਹੋ ਗਈ। ਨਾਮ ਨੇ ਵਾਧਾ ਦੇ ਦਿੱਤਾ, ਅੰਮ੍ਰਿਤ ਰਸ। ਹਰ ਨਾਮ ਹੈ ਵਜੀ ਵਧਾਈ, ਹਰ ਪ੍ਰਭ ਠਾਕੁਰੇ ਕਾਜ ਰਚਾਇਆ, ਤਨ ਹਿਰਦੈ ਨਾਮ ਵਿਗਾਸੀ। ਉਹ ਮਾਲਕ ਪਰਮਾਤਮਾ ਨੇ, ਠਾਕੁਰ ਨੇ ਆ ਸਾਰਾ ਦਾ ਸਾਰਾ ਕਾਜ ਜਿਹੜਾ ਹੈਗਾ, ਆ ਸਾਰੀ ਦੀ ਸਾਰੀ ਗੇਮ ਇਸ ਲਾਵਾਂ ਦੇ ਵਾਸਤੇ ਬਣਾਈ ਹੋਈ ਆ। ਆਪਾਂ ਨੇ ਆ ਲਾਵਾਂ ਲੈਣੀਆਂ ਆ 4। ਹਰ ਪ੍ਰਭ ਠਾਕੁਰੇ ਕਾਜ ਰਚਾਇਆ, ਤਨ ਹਿਰਦੇ ਨਾਮ ਵਿਗਾਸੀ। ਜੀਵ ਇਸਤਰੀ ਹਿਰਦੇ ਦੇ ਵਿੱਚ ਵਿਗਾਸ ਹੋ ਗਿਆ ਉਹਦੇ ਨਾਮ ਦੇ ਨਾਲ, ਨਾਮ ਦਾ ਪ੍ਰਕਾਸ਼ ਹੋ ਗਿਆ ਉਹਦੇ ਅੰਦਰ, ਆਤਮ ਪ੍ਰਕਾਸ਼ ਹੋ ਗਿਆ ਉਹਦੇ ਅੰਦਰ। ਜਨ ਨਾਨਕ ਬੋਲੇ ਚੌਥੀ ਲਾਵੇਂ, ਹਰ ਪਾਇਆ ਪ੍ਰਭ ਅਬਨਾਸੀ। ਆ ਚੌਥੀ ਲਾਮ ਆ, ਮਹਾਰਾਜ ਚੌਥੀ ਪਾਤਸ਼ਾਹੀ ਕਹਿ ਰਹੀ ਆ, ਕਹਿੰਦੇ ਉਸ ਜੀਵ ਇਸਤਰੀ ਨੇ, ਉਹ ਅਬਨਾਸੀ ਜਿਹੜਾ ਹੈਗਾ, ਜਿਹੜਾ ਜੂਨਾਂ 'ਚ ਨਹੀਂ ਆਉਂਦਾ, ਜਿਹੜਾ ਹਮੇਸ਼ਾ ਰਹਿਣ ਵਾਲਾ ਹੈ, ਪਹਿਲਾਂ ਵੀ ਸੀਗਾ, ਹੁਣ ਵੀ ਹੈਗਾ, ਗਾਹਾਂ ਵੀ ਹੈਗਾ, ਉਹ ਉਸ ਦਾ ਮਿਲਾਪ ਹਾਸਲ ਕਰ ਲਿਆ। ਔਰ ਉਹ ਜੀਵ ਇਸਤਰੀ ਜਿਹੜੀ ਹੈਗੀ ਆ, ਉਹ ਵੀ ਜਿਹੜੀ ਹੈਗੀ ਰੂਹ ਜਿਹੜੀ ਹੈਗੀ ਆ, ਉਹ ਆਤਮਾ ਦੇ ਵਿੱਚ, ਇਹ ਪ੍ਰਕਿਰਤੀ ਦੀ ਕੈਦ 'ਚੋਂ ਬਾਹਰ ਹੋ ਗਈ, ਆਜ਼ਾਦ ਹੋ ਗਈ, ਔਰ ਆਤਮਾ ਦੇ ਵਿੱਚ, ਪਰਮਾਤਮਾ ਦੇ ਵਿੱਚ ਜਿਹੜੀ ਹੈਗੀ, ਉਹਦਾ ਸਾਥ ਉਹਦੇ ਮਹਿਲ ਦੇ ਵਿੱਚ ਚਲੀ ਜਾਂਦੀ। ਆ ਜੀ ਲਾਵਾਂ ਸੀਗੀਆਂ ਇਹ ਬੋਲਦੇ ਹੋਏ ਜਿਹੜਾ ਹੈਗਾ, ਇਹਦੇ ਵਿੱਚ ਕੋਈ ਜਿਹੜਾ ਹੈਗਾ, ਕੋਈ ਐਸੀ ਜਿਹੜੀ ਹੈਗੀ ਗੱਲ ਜਾਂ ਐਸਾ ਕੋਈ ਬੋਲ ਜਿਹੜਾ ਹੈਗਾ, ਜਿਹੜਾ ਕਿਸੇ ਨੂੰ ਕੋਈ ਇਹਦੇ ਨਾਲ ਜਿਹੜਾ ਹੈਗਾ ਹਰਟ ਹੋਏ ਜਾਂ ਕੁਛ, ਉਹ ਸਾਡਾ ਆਪਣਾ ਮੇਰਾ ਹਉਮੈ ਦਾ ਬੋਲ ਹੈਗਾ ਭਾਈ। ਬਾਕੀ ਗੁਰੂ ਦੀ ਮੱਤ ਹੈਗੀ ਆ, ਇਹ ਗੁਰੂ ਦੀ ਗੱਲ ਨੂੰ ਵਸਾ ਲੈਣਾ, ਔਰ ਉਹ ਜਿਹੜਾ ਹੈਗਾ ਉਹਨੂੰ ਇਗਨੋਰ ਕਰ ਦੇਣਾ ਪਲੀਜ਼, ਆਪਣਾ ਬੱਚਾ ਜਾਂ ਨਾਦਾਨ ਸਮਝ ਕੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ। ਹਾਂਜੀ ਹਾਂਜੀ ਹਾਂਜੀ। ਅੱਜ ਤਾਂ ਜਿਹੜਾ ਸੀਗਾ ਨਾ ਜੀ, ਅੱਜ ਤਾਂ ਗੁਰੂ ਜੀ ਨੇ ਇੰਨੀ ਜ਼ਿਆਦਾ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਕਿ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਸਾਰਾ ਕੁਝ ਸਾਨੂੰ ਭੇਜ ਦੇ ਦਿੱਤਾ ਜੀ। ਅੱਜ ਤਾਂ ਕੋਈ ਕਸਰ ਛੱਡੀ ਨਹੀਂ ਹੈਗੀ ਬਿਲਕੁਲ ਜੀ।
ਪਰਮਾਤਮਾ ਨੇ ਸਾਰਾ ਕੁਝ ਸਾਡੇ ਜੀਵਨ ਦੇ ਬਾਰੇ ਕੀ ਕਰਨਾ ਚਾਹੀਦਾ ਹੈਗਾ ਆ, ਕੁੜਮ ਕੀ ਹੈਗਾ ਆ, ਕੜਮਾਈ ਕੀ ਹੈਗੀ ਆ, ਕਿੱਦਾਂ ਸਾਡਾ ਸਗਨ ਪੈਂਦਾ, ਕਿਸ ਤਰੀਕੇ ਦੇ ਨਾਲ ਸਾਡਾ ਜਿਹੜਾ ਹੈਗਾ ਸੀਗਾ ਦ੍ਰਿਸ਼ਟਮਾਨ ਦੇ ਵਿੱਚ ਜੋ ਕਰਦੇ ਆ ਉਹਦੇ ਆਧਾਰ ਤੇ ਸਾਰਾ ਕੁਝ ਸਾਨੂੰ ਮਿਲਾਪ ਕਰਨ ਦਾ, ਪਹਿਲੀ ਲਾਮ ਕਿਹੜੀ ਆ, ਦੂਜੀ ਕਿਹੜੀ ਆ, ਤੀਜੀ ਕਿਹੜੀ ਆ, ਚੌਥੀ ਕਿਹੜੀ ਆ, ਚੌਥੀ ਤੋਂ ਬਾਅਦ ਦੇ ਵਿੱਚ ਜਿਹੜੀਆਂ ਬੀਬੀਆਂ ਆਉਂਦਾ ਉੱਥੇ ਸਗਨ ਲਾਉਂਦੀਆਂ ਆਉਂਦੀਆਂ ਜੀ, ਉੱਥੇ ਜੋੜੀ ਨੂੰ ਜਦੋਂ ਬੈਠੀ ਹੁੰਦੀ ਜਾਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ, ਉਹਦਾ ਵੀ ਮਤਲਬ ਦੱਸ ਦਿੱਤਾ ਜੀ। ਉਹਦੇ ਤੋਂ ਉੱਪਰ ਦੱਸੋ ਹੁਣ ਕੀ ਕਰੇ ਗੁਰੂ ਜੀ। ਹੁਣ ਆਪਾਂ ਮਿਹਨਤ ਕਰੀਏ ਜੀ, ਸਾਡੇ ਤੇ ਪ੍ਰਮਾਤਮਾ ਕਿਰਪਾ ਇਹਦਾ ਲਗਨ ਤੋਂ ਲੈ ਕੇ ਸਾਰੀ ਦੱਸਤੀ ਜੀ ਗੁਰੂ ਸਾਹਿਬ ਨੇ। ਹਾਂਜੀ ਹਾਂਜੀ ਬਿਲਕੁਲ ਜੀ। ਇਸ ਕਰਕੇ ਵਾਹਿਗੁਰੂ ਜੀ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ। ਇੰਨੇ ਚਿਰ ਤਾਂ ਆਪਾਂ ਨੂੰ ਨਹੀਂ ਸੀ ਇਸ ਚੀਜ਼ ਦਾ ਪਤਾ। ਹਾਂਜੀ, ਇਹ ਇੰਨਾ ਗਿਆਨ ਨਹੀਂ ਸੀ ਆਪਾਂ ਨੂੰ, ਇਸ ਚੀਜ਼ ਦਾ ਨਹੀਂ ਸੀ ਪਤਾ। ਵੇਖ ਲਓ ਇੰਨੀ ਉਮਰ ਲੰਘ ਕੇ ਜਾਂਦੀ, ਕੋਈ 70 ਸਾਲ, ਕੋਈ 80 ਸਾਲ ਦੀ, ਕਿਸੇ 50 ਸਾਲ ਆ ਤੇ ਪਰ ਜਿਸ ਸਾਹਿਬ ਨੇ ਗਿਆਨ ਕਰਾਤਾ ਜੇ ਕਿ ਲਾਵਾਂ ਆ ਜਿਹੜੀਆਂ ਇਹ ਇਹ ਨਾ ਐਕਚੁਅਲੀ ਭੈਣ ਜੀ ਜਿਹੜਾ ਹੈਗਾ ਨਾ, ਇਹ ਐਕਚੁਅਲੀ ਜਿਹੜਾ ਨਾ ਕੱਲ ਜਿਹੜੀ ਆਪਣੀ ਵਿਚਾਰ ਹੋਈ ਆ ਉਹਦਾ ਜਿਹੜਾ ਹੈਗਾ ਅੱਗੇ ਰਿਜ਼ਲਟ ਆਇਆ ਆ। ਹਾਂ ਬਿਲਕੁਲ ਬਿਲਕੁਲ ਠੀਕ ਆ ਵੀਰ ਜੀ। ਹਾਂ ਲਾਵਾਂ ਤੋਂ ਪਹਿਲਾਂ ਦਾ ਸ਼ਬਦ ਆ ਨਾ ਜੀ, ਹਾਂਜੀ 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 ਉਹਦੇ ਵਿੱਚ ਸਾਰਾ ਉਹ ਹੈਗਾ ਜੀ ਕਿ ਪਾਪ ਕਿਵੇਂ ਖਤਮ ਹੁੰਦੇ ਆ, ਕੌਣ ਆਉਂਦੇ ਆ, ਔਗਣ ਆਉਂਦੇ ਆ। ਬਿਲਕੁਲ, ਹਾਂ ਬਿਲਕੁਲ ਜੀ। ਲੇਕਿਨ ਉਹ ਸਟੇਜ ਤੱਕ ਪਹੁੰਚਣ ਵਾਸਤੇ ਉਹ ਸਾਨੂੰ ਮਤਲਬ ਪ੍ਰੀਵੈਂਟਿਵ ਮੇਜਰ ਲੈਣੇ ਪੈਣ। ਹੁਣੇ ਸੰਗਤ ਜੀ ਆਪਾਂ ਨੂੰ ਸਮਝਣਾ ਪੈਣਾ ਕਿ ਆਪਣੇ ਕਿਹੜੇ ਕਿਹੜੇ ਔਗਣ ਛੱਡਣੇ ਆ ਤੇ ਕਿਹੜੇ ਕਿਹੜੇ ਆਪਾਂ ਗ੍ਰਹਿਣ ਕਰਨੇ। ਹਾਂ, ਗੁਣ ਗ੍ਰਹਿਣ ਕਰਨੇ ਆ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ। ਭੱਜਣਾ ਨਹੀਂ ਹੈ ਇਹਨਾਂ ਤੋਂ। ਜਦੋਂ ਅਸੀਂ ਆਨੰਦ ਕਾਰਜ ਤੇ ਬੈਠਦੇ ਆ ਜੀ, ਸਿੱਖਿਆ ਮਿਲਦੀ ਆ। ਹਾਂਜੀ ਹਾਂਜੀ ਬਿਲਕੁਲ, ਉਦੋਂ ਇਹ ਸਿੱਖਿਆ ਮਿਲਦੀ ਆ ਜੀ। ਦੂਜੀ ਕੰਨ 'ਚ ਪਾ ਲੈਂਦੇ ਹੋ। ਹਾਂ, ਖਾਲਸਾ ਬਾਬਾ ਜੀ ਫਤਿਹ ਵੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਪਰ ਕਰਨੇ ਉਲਟੇ ਆ ਨਾ ਜੀ। ਹਾਂਜੀ ਹਾਂਜੀ ਜਿਹੜੇ ਲੜਕੇ ਲੜਕੀ ਦੇ ਆਨੰਦ ਕਾਰਜ ਹੋਣੇ ਹੈਗੇ ਆ, ਉਹਨਾਂ ਨੇ ਭੇਜਦੇ ਨੇ ਤੁਸੀਂ ਗੁਰਦੁਆਰਾ ਵਿੱਚ ਪੈਰਸ ਜਾਂਦੇ ਆ। ਹਾਂ, ਇੱਥੇ ਖਾਣ ਪੀਣ ਜਾਇਆ ਗਿਆ, ਸਿੱਖਿਆ ਕਰਨ ਤੇ ਗਿਆ ਹੀ ਨਹੀਂ। ਬਸ ਬਸ। ਅਸੀਂ ਸਮਝਦੇ ਆ ਕਿ ਲੜਕੇ ਲੜਕੀ ਦਾ ਵਿਆਹ ਉਹਦਾ ਹੀ ਸੰਬੰਧ ਆ, ਜਦ ਕਿ ਸਾਡਾ ਸਾਰਿਆਂ ਦਾ ਹੀ ਹੁੰਦਾ। ਬਿਲਕੁਲ ਸਹੀ ਗੱਲ ਹੈ। ਪਰ ਆਪਾਂ ਉਹ ਲਾਵਾਂ ਸਮਝ ਛੱਡੀਆਂ ਨਾ ਕਿ ਜਿਹੜੀਆਂ ਬੱਚਿਆਂ ਨੂੰ ਚਾਰ ਪਾਟੀਆਂ ਦੇ ਨੇ, ਉਹ ਅਸੀਂ ਲਾਵਾਂ ਸਮਝਾਉਂਦਾ ਵੀ ਕੋਈ ਨਹੀਂ ਨਾ ਜੀ। ਇਹ ਲਾਵਾਂ ਤਾਂ ਐਕਚੁਅਲੀ ਇਹ ਜਿਹੜੀਆਂ ਨਾ ਬੀਬੀ ਲਾਵਾਂ ਜਿਹੜੀਆਂ ਹੈਗੀਆਂ ਉਸ ਟਾਈਮ ਇਹ ਉਹਦੇ ਵਾਸਤੇ ਨਹੀਂ ਬਣੀਆਂ, ਬੀਬੀ ਉਹਦੇ ਵਾਸਤੇ ਨਹੀਂ ਬਣੀਆਂ। ਅੱਜ ਪਤਾ ਲੱਗਾ ਸਾਨੂੰ ਲਾਵਾਂ ਦਾ ਕੀ ਮਤਲਬ ਆ। ਅਸੀਂ ਤੇ ਪਰਮੇਸ਼ਰ ਦੇ ਮਿਲਾਪ ਵਾਸਤੇ ਨੇ ਜੀ, ਸਭ ਕੁਝ ਪਰਮੇਸ਼ਰ ਦੇ ਮਿਲਾਪ ਵਾਸਤੇ ਦੱਸਿਆ ਹੈ ਗੁਰੂ ਸਾਹਿਬ ਨੇ। ਬਿਲਕੁਲ ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ। ਆ ਜਿਹੜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀਓ, ਹਾਂਜੀ ਵੀਰ ਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਜਿਹੜੀ ਅੱਜ ਦੀ ਜਿਹੜੀ ਇਹ ਵਿਚਾਰ ਹੈਗੀ, ਇਹਨੂੰ ਆਪਾਂ ਪਲੀਜ਼ ਆਪ ਇਹਨੂੰ ਅੱਗੇ ਵਧਾਈਏ ਔਰ ਜਿਹੜਾ ਹੈਗਾ ਜਿਹਦੇ ਨਾਲ ਕਿ ਸਾਰੇ ਜਿਹੜੇ ਵੀ ਹੈਗੇ ਰਸਤਾ ਲੱਭ ਰਹੇ ਆ ਉਹਨਾਂ ਨੂੰ ਲਾਭ ਹੋ ਸਕੇ, ਇੰਨੀ ਕੁ ਬੇਨਤੀ ਹੈਗੀ। ਹਾਂਜੀ ਹਾਂਜੀ ਜ਼ਰੂਰ ਵਾਹਿਗੁਰੂ ਜੀ, ਜ਼ਰੂਰ। ਬਹੁਤ ਮਿਹਰਬਾਨੀ ਜੀ ਤੁਹਾਡੀ। ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜਸਵੀਰ ਜੀ, ਤੁਹਾਡਾ ਮਾਈਕ ਬੰਦ ਕਰ ਦੇਣਾ, ਜਿਹਦਾ ਮਾਈਕ ਖੁੱਲਾ ਹੈ ਪਲੀਜ਼। ਹਾਂਜੀ। ਵਾਹਿਗੁਰੂ ਵਾਹਿਗੁਰੂ।